ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਜਬਲੀ ਧਰ, ਭਇਓ ਲੀਨ ਜਗਤਰ ਹਰ ਵਪ। ਪਰਲੈ ਕਾਲ ਅਕਰਖ ਹੈ, ਉਪਜ ਬਾਹਰ ਮੇਰੇ ਨਾਲ ਤੇ। ਜਲ ਬਿੰਬ ਨਿਪਜਿਓ ਦਕਰਖ ਹੈ, ਭਇਓ ਲੀਨ ਜਗਤਰ ਹਰ ਵਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਨ ਕਿਰਪਾ ਕਰਦੇ ਹੋਏ ਗੁਰਮਤਿ ਵਿਦਿਆਲਾ ਕੈਰੋਂ ਵਿਖੇ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ ਮੌਜੂਦਾ 15ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੀ, ਤਿਨਾਂ ਵੱਲੋਂ ਮਹਾਰਾਜ ਸਾਹਿਬ ਜੀ ਇਹ ਮਿਹਰ ਭਰਿਆ ਉਦਮ ਕਰਵਾ ਰਹੇ ਨੇ ਜੋ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਆਪ ਗੁਰੂ ਕੀਆਂ ਸਿੱਖ ਸੰਗਤਾਂ ਸਰਵਣ ਕਰਦੀਆਂ ਆ ਰਹੀਆਂ ਹੋ। ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕਰਕੇ ਕੱਲ ਦੀ ਕਥਾ ਵਿੱਚ ਬ੍ਰਹਮੇ ਨੂੰ ਆਗਿਆ ਹੋਈ ਅਕਾਲ ਪੁਰਖ ਵੱਲੋਂ ਸੰਸਾਰ ਦੀ ਰਚਨਾ ਕੀਤੀ ਜਾਵੇ ਅਤੇ ਜਿੱਥੇ ਸਰਬਲੋ ਭਗਵਾਨ ਜੀ ਜੰਗ ਕਰਦੇ ਪਏ ਨੇ ਉੱਥੇ ਪਹੁੰਚ ਕਰਕੇ ਭਗਵਾਨ ਦੇ ਯੁੱਧਮਈ ਵੀਰ ਰਸੀ ਕੌਤਕ ਦੇਖੇ ਜਾਣ। ਜਦੋਂ ਬ੍ਰਹਮੇ ਦੀ ਜੋਗ ਨਿੰਦਰਾ ਛੁੱਟੀ ਹੈ, ਸਮਾਧੀ ਉਥਾਨ ਹੋਈ ਹੈ, ਸੁਤੇ ਸਿੱਧ ਸੰਸਾਰ ਦੀ ਰਚਨਾ ਹੋ ਗਈ। ਹਰਨ ਭਰਨ ਜਾ ਕਾ ਨੇਤਰ ਫੋਰ, ਇਹ ਤੁਕ ਦੀ ਵਿਆਖਿਆ ਮਹਾਰਾਜ ਕਲਗੀਧਰ ਜੀ ਨੇ ਕੱਲ ਦੀ ਕਥਾ ਵਿੱਚ ਕੀਤੀ ਹੈ। ਆਓ ਅੱਗੇ ਜਿਵੇਂ ਗੁਰੂ ਖਾਲਸਾ ਜੀ ਹੁਣ ਕਥਾ ਆ ਰਹੀ ਹੈ, ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿੱਤ ਕਰਕੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਤਿਨਾਂ ਦੇ ਚਰਨਾਂ ਕਮਲਾਂ ਦਾ ਧਿਆਨ ਧਰ ਕੇ ਪਿਆਰ ਦੇ ਨਾਲ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਬਿਸਨ ਪਾਦ ਜਬਲੀ ਧਰ, ਭਇਓ ਲੀਨ ਜਗਤਰ ਹਰ ਵਪ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਬ੍ਰਹਮੇ ਨੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਕੌਤਕ ਵੇਖਿਆ ਕਿ ਛਿਨ ਮਾਤਰ ਸਮੇਂ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਪ੍ਰਲੈ ਕਰ ਦਿੱਤੀ ਤੇ ਛਿਨ ਮਾਤਰ ਸਮੇਂ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਕਰ ਦਿੱਤੀ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਐਸੀ ਲੀਲਾ ਨੂੰ ਵੇਖ ਕਰਕੇ ਬ੍ਰਹਮਾ ਮਨ ਵਿੱਚ ਬੜਾ ਹੈਰਾਨ ਹੋਇਆ ਜੀ। ਫਿਰ ਬ੍ਰਹਮੇ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਕਿ ਜਿਸ ਵਕਤ ਪ੍ਰਲੈ ਦਾ ਸਮਾਂ ਸੀ ਉਦੋਂ ਸਾਰਾ ਹੀ ਸੰਸਾਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਵਾਪਸ ਸਰੀਰ ਵਿੱਚ ਲੀਨ ਹੋ ਗਿਆ ਸੀ। ਪਰਲੈ ਕਾਲ ਅਕਰਖ ਹੈ। ਹਾਂ, ਜਦੋਂ ਪ੍ਰਲੈ ਕਾਲ ਪ੍ਰਲੈ ਦਾ ਸਮਾਂ ਸੀ ਉਸ ਵਕਤ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਆਪਣੇ ਵਿੱਚ ਖਿੱਚ ਕਰਕੇ ਸਮਾ ਲੈਣਾ ਕੀਤਾ ਸੀ। ਅਕਰਖ ਮੈਨੇ ਹੁੰਦਾ ਖਿੱਚਣਾ। ਸਾਰੇ ਸੰਸਾਰ ਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਵਿੱਚ ਖਿੱਚ ਲਿਆ ਸੀ। ਜਿਵੇਂ ਗੁਰੂ ਖਾਲਸਾ ਜੀ ਰੇਡੂਏ ਦਾ ਅੰਟੀਨਾ ਹੁੰਦਾ ਏ ਤੇ ਉਹ ਸੀਖ ਨੂੰ ਸਲਾਈ ਨੂੰ ਫੜ ਕੇ ਤਾਂ ਨੂੰ ਖਿੱਚੀਏ ਤੇ ਉਹ ਸਲਾਈ ਕਿੰਨੀ ਲੰਮੀ ਹੋ ਜਾਂਦੀ ਹੈ, ਤੇ ਜੇ ਉਹ ਸਲਾਈ ਨੂੰ ਨੱਪ ਦਈਏ ਤੇ ਉਹ ਸਲਾਈ ਫਿਰ ਸਲਾਈ ਵਿੱਚ ਹੀ ਸਮਾ ਜਾਂਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜਦੋਂ ਪ੍ਰਲੈ ਕਰਨੀ ਚਾਹੁੰਦਾ ਏ ਤੇ ਸਾਰੇ ਸੰਸਾਰ ਨੂੰ ਆਪਣੇ ਵਿੱਚ ਖਿੱਚ ਲੈਂਦਾ ਏ। ਤੇ ਜਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸੰਸਾਰ ਨੂੰ ਪ੍ਰਗਟ ਕਰਨਾ ਚਾਹੁੰਦਾ ਏ ਤੇ ਸਲਾਈ ਦੀ ਤਰ੍ਹਾਂ ਆਪਣੇ ਵਿੱਚੋਂ ਹੀ ਸਾਰੇ ਜਗਤ ਨੂੰ ਪ੍ਰਗਟ ਕਰ ਦਿੰਦਾ ਏ।
ਉਪਜ ਬਾਹਰ ਮੇਰੇ ਨਾਲ ਤੇ ਹਾਂ, ਬ੍ਰਹਮੇ ਨੇ ਵਿਚਾਰ ਕੀਤੀ ਵੀ ਕਮਲ ਦੀ ਨਾੜੀ ਦੇ ਵਿੱਚੋਂ, ਕਮਲ ਦੀ ਡੰਡੀ ਦੇ ਵਿੱਚੋਂ ਇਹ ਸਾਰਾ ਹੀ ਸੰਸਾਰ ਪ੍ਰਗਟ ਹੋਇਆ ਏ। ਜਲ ਬਿੰਬ ਨਿਪਜਿਓ ਦਕਰਖ ਹੈ। ਹਾਂ, ਜਲ ਬਿੰਬ ਨਾਮ ਸਮੁੰਦਰ ਦਾ ਏ ਤੇ ਨਿਪਜਿਓ ਦਕਰਖ, ਇਹ ਦੋ ਸ਼ਬਦਾਂ ਨੂੰ ਮੇਲ ਕੇ ਬਣਿਆ ਏ। ਨਿਪਜਿਓ ਉਦਕਰਖ, ਨਿਪਜਿਓ ਮੈਨੇ ਪੈਦਾ ਹੋਇਆ ਏ ਤੇ ਉਦਕਰਖ ਦਾ ਅਰਥ ਹੁੰਦਾ ਏ ਫੈਲਾਵ। ਅਕਰਖ ਮੈਨੇ ਖਿੱਚਣਾ ਤੇ ਉਦਕਰਖ ਮੈਨੇ ਫੈਲਾਵ ਕਰਨਾ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸਮੁੰਦਰ ਦੇ ਵਿੱਚ ਕਵਲ ਦਾ ਫੁੱਲ ਪੈਦਾ ਕੀਤਾ ਤੇ ਕਵਲ ਦੇ ਫੁੱਲ ਦੀ ਨਾੜੀ ਵਿੱਚੋਂ ਇਹ ਸਾਰਾ ਹੀ ਸੰਸਾਰ ਪ੍ਰਗਟ ਹੋਇਆ ਏ। ਇਹ ਸੰਸਾਰ ਦਾ, ਧਰਤੀ ਦਾ ਉਦਕਰਖ ਮੈਨੇ ਫੈਲਾਵ ਹੋਇਆ ਹੈ। ਇਸ ਤਰੀਕੇ ਦੇ ਨਾਲ ਬ੍ਰਹਮੇ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਹੈ। ਗੁਨਾਨ ਬਾਦ ਬੈਰਾਟ ਕੋ ਮੁਖ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਐਸਾ ਕੌਤਕ ਵੇਖ ਕਰਕੇ ਆਪਣੇ ਮੁਖ ਤੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਗਾਏ ਨੇ। ਬੈਰਾਟ ਸਰੂਪ ਦੇ ਗੁਣਾਂ ਨੂੰ ਕਹਿਣਾ ਕੀਤਾ ਬ੍ਰਹਮੇ ਨੇ ਆਪਣੇ ਮੁਖ ਤੋਂ। ਮੋਹਰ ਮੋਹ ਬਿਦ ਭਾਖ ਹੈ। ਹਾਂ, ਮੋਹਰ ਮੋਹ ਨਨਕਿਆਣੇ ਸਾਹਿਬ ਵਾਲੀ ਬੀੜ ਵਿੱਚ ਵੋਹਰ ਵੋਹਰ ਪਾਠੰਤਰ ਵੀ ਹੈ ਤੇ ਗੁਰੂ ਖਾਲਸਾ ਜੀ, ਪਰ ਮੋਹਰ ਮੋਹ ਇਹ ਭਾਸ਼ਾ ਅਨੁਸਾਰ ਮਾਤਾ ਜੀ ਦੇ ਸਥਾਨ ਤੇ ਜੋ ਬੀੜ ਹੈ ਤੇ ਕੱਟੂ ਦੇ ਸਥਾਨ ਤੇ ਜੋ ਗਿਆਨੀ ਚੰਦਾ ਸਿੰਘ ਦੀ ਬੀੜ ਜੋ ਅੱਜ ਕੱਲ੍ਹ ਪਟਿਆਲੇ ਵਿਖੀ ਹੈ, ਇਹਨਾਂ ਬੀੜਾਂ ਵਿੱਚ ਪਾਠ ਮੋਹਰ ਮੋਹ ਇਸੇ ਤਰ੍ਹਾਂ ਹੀ ਹੈ। ਅਰਥ ਹੈ ਬਾਰ ਬਾਰ ਬ੍ਰਹਮਾ ਆਪਣੇ ਮੁਖ ਤੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਕਹਿੰਦਾ ਪਿਆ ਏ। ਚਤੁਰ ਵੇਦ ਕੰਠਾਸਤ ਪਾਠ। ਹਾਂ, ਚਾਰ ਵੇਦਾਂ ਦਾ ਆਪਣੇ ਮੁਖ ਤੋਂ ਪਾਠ ਕਰਦਾ ਪਿਆ ਏ। ਕੰਠਾਸਤ ਮੈਨੇ ਕੰਠ ਨੇ ਜਿਹੜੇ ਚਾਰ ਵੇਦ, ਉਹਨਾਂ ਦਾ ਪਾਠ ਆਪਣੇ ਮੁਖ ਤੋਂ ਕਰਦਾ ਪਿਆ ਏ। ਰਿਚਾ ਸਭੀ ਸ਼ਰੁਤ ਸਾਖ ਹੈ। ਹਾਂ, ਰਿਚਾ ਮੈਨੇ ਵੇਦਾਂ ਦੀਆਂ ਜੋ ਪੰਕਤੀਆਂ ਨੇ, ਸ਼ਰੁਤ ਸ਼ਰੁਤੀਆਂ ਨੇ, ਉਹ ਸਾਰੀਆਂ ਕਹਿੰਦਾ ਪਿਆ ਏ। ਤੇ ਸਾਖ ਦਾ ਅਰਥ ਗੁਰੂ ਖਾਲਸਾ ਜੀ ਅਧਿਆਏ ਭਾਗ ਵੀ ਹੁੰਦਾ ਏ ਤੇ ਸ਼ਾਂਗ ਸ਼ਾਸਤਰ, ਨਿਆਈ ਸ਼ਾਸਤਰ, ਇਸ ਤਰ੍ਹਾਂ ਜਿਹੜੇ 6 ਸ਼ਾਸਤਰ ਨੇ ਤੇ ਉਹ ਵੀ ਆਪਣੇ ਮੁਖ ਤੋਂ ਬ੍ਰਹਮਾ ਉਚਾਰ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਜਸ ਕਰਦਾ ਪਿਆ ਏ। ਜਾਂ ਵੇਦਾਂ ਦੇ ਸਾਖ, ਅਧਿਆਏ, ਸ਼ਰੁਤੀਆਂ ਤੇ ਪੰਕਤੀਆਂ ਪੜ੍ਹ ਕਰਕੇ ਅਕਾਲ ਪੁਰਖ ਪਰਮੇਸ਼ਰ ਦੀ ਬ੍ਰਹਮਾ ਕਵਲ ਦੇ ਫੁੱਲ ਉੱਪਰ ਬੈਠ ਕਰਕੇ ਮਹਿਮਾ ਕਰਦਾ ਪਿਆ ਏ। ਮਗਨ ਭਇਓ ਬਿਦ ਪੇਖ ਕੌਤਕ। ਮਹਾਰਾਜ ਕਲਗੀਧਰ ਜੀ ਕਹਿੰਦੇ ਬ੍ਰਹਮਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਕੌਤਕ ਵੇਖ ਕਰਕੇ ਤੇ ਮਗਨ ਹੋ ਗਿਆ ਏ। ਮੁਖ ਤੋਂ ਕਹਿੰਦਾ ਪਿਆ ਏ ਵਾਹਿਗੁਰੂ ਵਾਹਿਗੁਰੂ। ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੂੰ ਅਗਿਆਨਤਾ ਦੇ ਅੰਧੇਰੇ ਵਿੱਚ ਰੂਹ ਪ੍ਰਕਾਸ਼ ਕਰਨ ਵਾਲਾ ਏ ਤੇ ਤੇਰੇ ਕੌਤਕ ਵਾਹ ਅਚਰਜ ਨੇ। ਆਪਣੇ ਮੁਖ ਤੋਂ ਵਾਹ ਵਾਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਕਹਿੰਦਾ ਪਿਆ ਏ। ਹਰਖ ਮਨ ਹੈ ਆਨੰਦ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਮਨ ਵਿੱਚ ਬੜੀ ਖੁਸ਼ੀ ਤੇ ਆਨੰਦ ਖੇੜਾ ਏ। ਤਾਟ ਸਮੇਰ ਜਗਦੀਸ਼ ਨਿਰਖਤ। ਹਾਂ, ਬ੍ਰਹਮੇ ਨੇ ਕੀ ਵੇਖਿਆ ਵੀ ਸਮੇਰ ਪਰਬਤ ਦੇ ਕਿਨਾਰੇ ਦੇ ਉੱਪਰ ਜਗਦੀਸ਼ ਸਰਬਲੋ ਭਗਵਾਨ ਜੀ ਖੜੇ ਨੇ। ਉਹਨਾਂ ਨੂੰ ਤੱਕਿਆ ਏ, ਪਾਣੀ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਹੁਣ ਸਮੇਰ ਪਰਬਤ ਦੇ ਕਿਨਾਰੇ ਤੇ ਸਰਬਲੋ ਭਗਵਾਨ ਜੀ ਜੰਗ ਦੇ ਮੈਦਾਨ ਵਿੱਚ ਖਲੋਤੇ ਦਿਖਾਈ ਦੇ ਰਹੇ ਨੇ। ਸੁਰ ਸੈਨਾ ਸੁਖ ਕੰਦ ਹੈ। ਹਾਂ, ਸੁੱਖਾਂ ਦੇ ਮੁੱਢ ਸਰਬਲੋ ਭਗਵਾਨ ਜੀ, ਉਹਨਾਂ ਦੇ ਨਾਲ ਦੇਵਤਿਆਂ ਦੀ ਸਮੂਹ ਸੈਨਾ ਵੀ ਹੈ। ਕੰਦ ਨਾਮ ਬੱਦਲ ਦਾ ਵੀ ਹੈ, ਕੰਦ ਨਾਮ ਮੁੱਢ ਦਾ ਵੀ ਹੈ। ਜੋ ਸੁੱਖਾਂ ਦੇ ਬੱਦਲ ਜਾਂ ਸੁੱਖਾਂ ਦੇ ਮੁੱਢ ਨੇ ਸਰਬਲੋ ਭਗਵਾਨ ਜੀ, ਉਹਨਾਂ ਦੇ ਨਾਲ ਸਮੂਹ ਦੇਵਤਿਆਂ ਦੀ ਸੈਨਾ ਵੀ ਦੇਖੀ ਹੈ। ਦੇਖਤ ਬਿਸਵ ਸਰੀਰ ਤਨ ਮਹਿ। ਹਾਂ, ਸਾਰਾ ਕੁਝ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਬੈਰਾਟ ਸਰੂਪ ਦੇ ਸਰੀਰ ਵਿੱਚ ਦਿਖਾਈ ਦਿੰਦਾ ਪਿਆ ਏ। ਜਿੰਨੇ ਵੀ ਦੇਵੀ ਦੇਵਤੇ ਨੇ ਤੇ ਜਿੰਨੇ ਵੀ ਦੈਂਤ ਨੇ, ਜਿੰਨਾ ਵੀ ਯੁੱਧ ਦਾ ਸਮਾਜ ਹੈ, ਸਾਰਾ ਵਿਸ਼ਵ ਸਰੀਰ
ਵਿਰਾਟ ਸਰੂਪ ਦੇ ਸਰੀਰ ਵਿੱਚ ਦਿਖਾਈ ਦਿੰਦਾ ਪਿਆ ਏ। ਭਾਵ ਬਿਦ ਮੁਖ ਸਹੰਸ ਹੈ। ਮੁਖ ਸਹੰਸ ਸ਼ੇਸ਼ਨਾਗ ਬਿਦ ਬ੍ਰਹਮਾ ਭਾਵ ਸ਼ਿਵ ਆਪਣੇ ਆਪ ਨੂੰ ਵੀ ਤੇ ਸ਼ਿਵ ਤੇ ਸ਼ੇਸ਼ਨਾਗ ਨੂੰ ਵੀ ਬ੍ਰਹਮਾ ਗੁਰੂ ਖਾਲਸਾ ਜੀ ਸਰਬਲੋ ਭਗਵਾਨ ਦੇ ਜਾਂ ਵਿਰਾਟ ਸਰੂਪ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਤਨ ਵਿੱਚ ਤੱਕਦਾ ਪਿਆ ਏ। ਨਿਕਸਤ ਜਹ ਸੁਰ ਸਕਲ ਹਰ ਬਾਪੂ। ਹਾਂ, ਜਿੱਥੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਸਰੀਰ ਹੈ, ਸਰਬਲੋ ਭਗਵਾਨ ਦਾ ਯੁੱਧ ਦੇ ਮੈਦਾਨ ਵਿੱਚ ਉਹ ਸਰੀਰ ਵਿੱਚ ਉਹ ਸਾਰੇ ਦੇਵੀ ਦੇਵਤੇ ਬਾਹਰ ਨੂੰ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ। ਸਕਰ ਜਨਾਰਦਨ ਹੰਸ ਹੈ। ਹਾਂ, ਹੰਸ ਮੈਨੇ ਬ੍ਰਹਮਾ ਤੇ ਜਨਾਰਦਨ ਮੈਨੇ ਵਿਸ਼ਨੂੰ ਤੇ ਸਕਰ ਇੰਦਰ ਉਹ ਨਿਕਲਦਾ ਦਿਖਾਈ ਦੇ ਰਿਹਾ ਏ। ਕਿਉਂਕਿ ਗੁਰੂ ਖਾਲਸਾ ਜੀ ਬ੍ਰਹਮੇ ਵੀ ਦੋ ਨੇ। ਬਾਣੀ ਵਿੱਚ ਤੇ ਲਿਖਿਆ ਏ ਕੋਟ ਬ੍ਰਹਮੇ ਜਗ ਸਾਜਨ ਲਾਏ। ਕਰੋੜਾਂ ਹੀ ਬ੍ਰਹਮੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸੰਸਾਰ ਰਚਣ ਵਾਸਤੇ ਲਾਏ ਹੋਏ ਨੇ। ਪਰ ਇੱਕ ਹਜ਼ਾਰਾਂ ਮੂੰਹਾਂ ਵਾਲਾ ਬ੍ਰਹਮਾ ਹੈ, ਇੱਕ ਚਾਰ ਮੁਖਾਂ ਵਾਲਾ ਬ੍ਰਹਮਾ ਹੈ। ਜਿਹੜਾ ਹਜ਼ਾਰਾਂ ਮੂੰਹਾਂ ਵਾਲਾ ਬ੍ਰਹਮਾ ਏ ਉਹ ਕਵਲ ਦੇ ਫੁੱਲ ਤੇ ਬੈਠਾ ਏ ਤੇ ਉਹ ਦੇਖਦਾ ਪਿਆ ਏ ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਰੀਰ ਵਿੱਚੋਂ ਚਾਰ ਮੂੰਹਾਂ ਵਾਲਾ ਬ੍ਰਹਮਾ ਵਿਸ਼ਨੂੰ ਤੇ ਇੰਦਰ ਨਿਕਲਿਆ ਏ। ਇੱਕ ਤੇ ਇਸ ਤਰੀਕੇ ਨਾਲ ਇਹ ਪ੍ਰਕਰਨ ਨੂੰ ਸਮਝਿਆ ਜਾਂਦਾ ਏ। ਦੂਜਾ ਗੁਰੂ ਖਾਲਸਾ ਜੀ ਸਮੇਰ ਪਰਬਤ ਦੇ ਉੱਪਰ ਸਰਬਲੋ ਭਗਵਾਨ ਨੂੰ ਦੇਖਿਆ ਏ ਬ੍ਰਹਮੇ ਨੇ ਤੇ ਫਿਰ ਬ੍ਰਹਮਾ ਆਪਣੇ ਮਨ ਵਿੱਚ ਇਹ ਅੰਦਾਜ਼ਾ ਲਾਉਂਦਾ ਏ ਕਿ ਵਿਸ਼ਵ ਸਰੀਰ ਮੈਨੇ ਵਿਰਾਟ ਸਰੂਪ ਵਾਹਿਗੁਰੂ ਅਕਾਲ ਪੁਰਖ ਉਹਦੇ ਸਰੀਰ ਵਿੱਚੋਂ ਹੀ ਸਾਰਾ ਕੁਝ ਪ੍ਰਗਟ ਹੋਇਆ ਏ। ਕਿਉਂਕਿ ਗੁਰੂ ਖਾਲਸਾ ਜੀ ਭਗਵਾਨ ਦੀ ਨਾਭੀ ਵਿੱਚੋਂ ਕਵਲ ਦਾ ਫੁੱਲ ਨਿਕਲਿਆ। ਉਹ ਕਵਲ ਦੇ ਫੁੱਲ ਤੇ ਬ੍ਰਹਮਾ ਬੈਠਾ ਤੇ ਸਾਰਾ ਕੁਝ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਪ੍ਰਗਟ ਹੋਇਆ ਏ। ਤੇ ਬ੍ਰਹਮਾ ਆਪਣੇ ਅਨੁਭਵ ਨਾਲ ਦੇਖਦਾ ਪਿਆ ਏ ਕਿ ਜਿੰਨਾ ਕੁਝ ਹੈ ਮੇਰੇ ਸਮੇਤ ਸਾਰਾ ਕੁਝ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਹੀ ਸਰੀਰ ਤੋਂ ਪ੍ਰਗਟ ਹੋਇਆ ਏ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਰੀਰ ਤੋਂ ਹੀ ਸਾਰਾ ਕੁਝ ਨਿਕਸਤ ਮੈਨੇ ਨਿਕਲਦਾ ਪਿਆ ਏ। ਇੰਦਰ ਵਿਸ਼ਨੂੰ ਬ੍ਰਹਮਾ ਇਤਿਆਦਿਕ ਐਸਾ ਅਨੁਭਵ ਕਰਕੇ ਬ੍ਰਹਮਾ ਦੇਖਦਾ ਪਿਆ ਏ ਕਿ ਮੇਰੇ ਸਮੇਤ ਸਾਰਾ ਕੁਝ ਵਾਹਿਗੁਰੂ ਦੀ ਨਾਭੀ ਵਿੱਚੋਂ ਪ੍ਰਗਟ ਹੋਇਆ ਏ। ਇੰਜ ਵੀ ਪ੍ਰਕਰਨ ਨੂੰ ਸਮਝਿਆ ਜਾਂਦਾ ਏ। ਰਾਵ ਸਸ ਬਰਨ ਕਬੀਰ ਧਰਮ। ਹਾਂ, ਜਾਮਦੂਤ ਤੇ ਧਰਮ ਰਾਜਾ ਤੇ ਕੁਬੇਰ ਤੇ ਬਰਨ ਸਸ ਚੰਦਰਮਾ ਤੇ ਰਾਵ ਸੂਰਜ ਇਹ ਸਾਰੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਹੀ ਪ੍ਰਗਟ ਹੋਏ ਨੇ। ਜਮ ਜਖ ਪ੍ਰਜਾਪਤ ਬਿਰਾਜ ਹੀ। ਹਾਂ, ਜਮ ਤੇ ਵਿਸ਼ਰਾਮ ਲੱਗੇਗਾ। ਜਖ ਤੇ ਪ੍ਰਜਾਪਤ ਵੀ ਬ੍ਰਹਮੇ ਦਾ ਨਾਮ ਹੀ ਹੈ। ਤੇ ਇਹ ਸਾਰੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਰੀਰ ਤੋਂ ਪ੍ਰਗਟ ਹੋ ਕਰਕੇ ਧਰਤੀ ਦੇ ਉੱਪਰ ਬਿਰਾਜਦੇ ਪਏ ਨੇ। ਐਸਾ ਬ੍ਰਹਮੇ ਨੂੰ ਅਨੁਭਵ ਹੋਇਆ ਏ। ਨਿਸਰ ਵਿਸ਼ਵ ਵਿਭੂਤ ਤੇਜ। ਹਾਂ, ਤੇਜੀ ਦੇ ਨਾਲ ਵਿਸ਼ਵ ਵਿਭੂਤ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਨਿਸਰ ਮੈਨੇ ਨਿਕਲੇ ਨੇ। ਜਾਂ ਜਿੰਨੇ ਇਹ ਦੇਵੀ ਦੇਵਤੇ ਨੇ ਇਹ ਸਾਰਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਹੀ ਤੇਜ ਪ੍ਰਤਾਪ ਹੈ। ਵਿਸ਼ਵ ਵਿਭੂਤ ਅਕਾਲ ਪੁਰਖ ਪਰਮੇਸ਼ਰ ਦੇ ਵਿੱਚੋਂ ਹੀ ਇਹ ਤੇਜ ਪ੍ਰਤਾਪ ਨਿਕਲਿਆ ਏ। ਸਕਲ ਆਵਨ ਪਰ ਰਾਜ ਹੀ। ਸਾਰੇ ਧਰਤੀ ਦੇ ਉੱਪਰ ਸ਼ੋਭਾ ਪਾਉਂਦੇ ਪਏ ਹਨ। ਪਦਮਾ ਉਮਾ ਸੁਰ ਸਕਤ ਸਭ ਹੀ। ਹਾਂ, ਪਦਮਾ ਲక్ష్ਮੀ ਤੇ ਉਮਾ ਪਾਰਬਤੀ ਤੇ ਦੇਵਤਿਆਂ ਦੀ ਸਖਤ ਮੈਨੇ ਘਰ ਵਾਲੀਆਂ ਸਾਰੀਆਂ ਹੀ। ਬ੍ਰਹਮਾਨੀ ਸਕਰਾਨੀ ਹੈ। ਬ੍ਰਹਮੇ ਦੀ ਘਰ ਵਾਲੀ ਸੁਰਸਤੀ ਤੇ ਸਕਰਾਨੀ ਇੰਦਰ ਦੀ ਘਰ ਵਾਲੀ ਸਚੀ ਇਹ ਸਾਰੀਆਂ ਸ਼ਕਤੀਆਂ ਵੀ ਵਾਹਿਗੁਰੂ ਅਕਾਲ ਤੋਂ ਹੀ ਪ੍ਰਗਟ ਹੋਈਆਂ ਨੇ। ਜਸ਼ ਬਦੂ ਭਾਨਵੀ ਚੰਦਰਨੀ। ਭਾਨਵੀ ਸੂਰਜ ਦੀ ਘਰ ਵਾਲੀ ਤੇ ਚੰਦਰਨੀ ਚੰਦਰਮੇ ਦੀ ਘਰ ਵਾਲੀ ਤੇ ਜਸ਼ ਬਦੂ ਜੱਛਾਂ ਦੀਆਂ ਬਧੂਟੀਆਂ ਘਰ ਵਾਲੀਆਂ ਵਾਹਿਗੁਰੂ ਤੋਂ ਹੀ ਪ੍ਰਗਟ ਹੋਈਆਂ ਨੇ। ਸੁਰ ਜੁਵਤੀ ਸਿੱਧ ਚਾਰਨੀ ਹੈ। ਹਾਂ, ਤੇ ਦੇਵਤਿਆਂ ਦੀਆਂ ਜੁਵਤੀ ਘਰ ਵਾਲੀਆਂ ਤੇ ਫਿਰ ਜਿੰਨੇ ਸਿੱਧ ਨੇ ਤੇ ਚਾਰਨੀ ਚਾਰਨ ਭੱਟਾਂ ਦੀਆਂ ਜੋ ਘਰ ਵਾਲੀਆਂ ਨੇ
ਇਹ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਹੀ ਪ੍ਰਗਟ ਹੋਈਆਂ ਨੇ। ਦਿਵਯ ਜਾਂ ਸਿੱਧਾਂ ਦੀਆਂ ਘਰ ਵਾਲੀਆਂ ਸਿੱਧਨੀਆਂ ਤੇ ਚਾਰਨ ਭੱਟਾਂ ਦੀਆਂ ਘਰ ਵਾਲੀਆਂ ਭੱਟਣੀਆਂ, ਇਹ ਸਾਰੀਆਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਹੀ ਪ੍ਰਗਟ ਹੋਈਆਂ ਨੇ। ਦਿਵਯ ਮੰਗਲਾ ਸਕਤ 9 ਕੋਟੀ। ਹਾਂ, ਦੇਵੀ ਮੈਨੇ ਦੇਵੀ ਤੇ ਮੰਗਲਾ ਮੈਨੇ ਦੁਰਗਾ। ਇਹ ਗੁਰੂ ਖਾਲਸਾ ਜੀ ਬੱਬੇ ਨੂੰ ਬਿਹਾਰੀ ਤੇ ਪਿੱਛੇ ਦੇਵੀ ਇਸ ਤਰੀਕੇ ਨਾਲ ਉਚਾਰਨ ਕਰਨਾ ਹੈ। ਦੇਵਯ ਇਸ ਤਰ੍ਹਾਂ ਵੀ ਉਚਾਰਨ ਕੀਤਾ ਜਾ ਸਕਦਾ ਹੈ। ਤੇ ਮੰਗਲਾ ਮੈਨੇ ਦੁਰਗਾ, ਦੁਰਗਾ ਦੇਵੀ ਤੇ 9 ਕੋਟੀ 9 ਕਰੋੜ ਜੋ ਸਖਤ ਮੈਨੇ ਦੇਵੀਆਂ ਨੇ। ਕਾਲ ਕਪਾਲ ਖੰਕਾਲ ਹੈ। ਹਾਂ, ਫਿਰ ਕਾਲੀ ਕਪਾਲੀ ਤੇ ਖੰਕਾਲੀ ਭੈਰੋ ਦੀ ਸ਼ਕਤੀ, ਇਹ ਸਾਰੀਆਂ ਅਕਾਲ ਪੁਰਖ ਦੀ ਦੇਹ ਵਿੱਚੋਂ ਪੈਦਾ ਹੋਈਆਂ ਨੇ। ਪਦਮ ਗਣੇਸ਼ ਕਾਰਤਿਕੇ ਕਾਲਕਾ। ਹਾਂ, ਫਿਰ ਗਣੇਸ਼ ਕਾਰਤਿਕੇ ਤੇ ਕਾਲਕਾ ਤੇ ਪਦਮ ਮੈਨੇ ਲక్ష్ਮੀ, ਇਹ ਸਾਰੀਆਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਹੀ ਸ਼ਕਤੀਆਂ ਪ੍ਰਗਟ ਹੋਈਆਂ ਨੇ। ਜੁਗਨ 64 ਕਾਲ ਹੈ। ਹਾਂ, 64 ਜੋਗਨੀਆਂ ਤੇ ਕਾਲ ਜੋ ਲੜਾਈ ਦਾ ਦੇਵਤਾ ਹੈ। ਕਾਪਾਲੀ ਕੰਕਾਲੀ ਵਿਦਿਆ ਧਰ। ਹਾਂ, ਕਪਾਲੀ ਸ਼ਿਵ ਦੀ ਸ਼ਕਤੀ, ਖੰਕਾਲੀ ਭੈਰੋ ਦੀ ਸ਼ਕਤੀ ਤੇ ਵਿਦਿਆ ਧਰਾਂ ਦੀ ਘਰ ਵਾਲੀ ਵਿਦਿਆ ਧਰਨੀ, ਇਹ ਸਾਰੇ ਹੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਪ੍ਰਗਟ ਹੋ ਗਏ। ਚਾਰਨ ਸਿੱਧ ਸੇਖ 42। ਹਾਂ, ਚਾਰਨੀਆਂ ਸਿੱਧਨੀਆਂ ਤੇ ਫਿਰ ਸੇਖ ਨਾਗ ਦੀਆਂ ਘਰ ਵਾਲੀਆਂ ਸੱਪਣੀਆਂ 42, ਇਹ ਸਾਰੀਆਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਪ੍ਰਗਟ ਹੋਈਆਂ ਸ਼ਕਤੀਆਂ ਨੇ। ਚਿੱਤਰ ਗੁਪਤ ਪਿਤਰਗਨ ਜਮਗਨ। ਫਿਰ ਚਿੱਤਰ ਗੁਪਤਾਂ ਦੀ ਫੌਜ, ਪਿਤਰਗਣਾਂ ਦੀ ਫੌਜ, ਜਮਦੂਤਾਂ ਦੀ ਫੌਜ, ਇਹ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਪ੍ਰਗਟ ਹੋਈ ਹੈ। ਐਸਾ ਬ੍ਰਹਮੇ ਨੇ ਅਨੁਮਾਨ ਲਗਾਉਣਾ ਕੀਤਾ ਏ। ਭੂਤ ਪਿਸਾਚ ਡਾਕਨ ਕੰਕਾਲੀ। ਭੂਤ ਪਿਸਾਚ ਡਾਕਣੀਆਂ ਤੇ ਕੰਕਾਲੀ ਇੱਲਾਂ ਦਾ ਨਾਮ ਵੀ ਹੈ ਤੇ 64 ਜੋਗਣੀਆਂ ਦੇ ਵਿੱਚੋਂ ਇੱਕ ਜੋਗਣੀ ਦਾ ਨਾਮ ਵੀ ਹੈ। ਬਿਸ਼ਨ ਪਾਦ ਜਬਲੀ ਧਾਰ ਕੰਕ ਮਸਾਨ ਸਿੱਧ ਆਰ ਅਪਛਰ। ਹਾਂ, ਕੰਕ ਨਾਮ ਗੁਰੂ ਖਾਲਸਾ ਜੀ ਇੱਲ ਦਾ ਏ ਤੇ ਮਸਾਨ ਭੂਤਨਿਆਂ ਦਾ ਨਾਮ ਹੈ। 84 ਸਿੱਧ ਨੇ ਤੇ ਦੇਵਤਿਆਂ ਦੀਆਂ ਘਰ ਵਾਲੀਆਂ ਨੂੰ ਅਪਛਰਾਂ ਕਹਿੰਦੇ ਨੇ। ਪ੍ਰਜਾ ਸਕਲ ਖਾਨੀ ਅਰ ਬਾਨੀ। ਹਾਂ, 4 ਖਾਨੀਆਂ ਨੇ, ਬ੍ਰਹਮਾ ਵੈਸ ਸ਼ੂਦਰ ਤੇ ਖੱਤਰੀ ਤੇ ਫਿਰ ਅਨੇਕਾਂ ਹੀ ਬਾਣੀਆਂ ਨੇ। 4 ਪ੍ਰਕਾਰ ਦੀਆਂ ਉਦਾਂ ਬਾਣੀਆਂ ਮੁੱਖ ਮੰਨੀਆਂ ਗਈਆਂ ਨੇ। ਤੇ ਗੁਰੂ ਖਾਲਸਾ ਜੀ ਉਦਾਂ ਇਟਲੀ ਦੇਸ਼ ਦੀ ਵੱਖਰੀ ਬੋਲੀ ਹੈ, ਹਿੰਦੁਸਤਾਨ ਦੀ ਵੱਖਰੀ ਬੋਲੀ ਹੈ, ਪੰਜਾਬ ਦੀ ਵੱਖਰੀ ਬੋਲੀ ਹੈ। ਸੋ ਬਾਣੀ ਦਾ ਅਰਥ ਹੈ ਬੋਲੀਆਂ। ਤੇ ਜਿੰਨੀ ਵੀ ਪ੍ਰਜਾ ਹੈ 4 ਖਾਣੀਆਂ ਵਿੱਚ ਵੰਡੀ ਹੋਈ ਤੇ ਜਿੰਨੀਆਂ ਵੀ ਬੋਲੀਆਂ ਨੇ, ਇਹ ਸਾਰੀਆਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਹੀ ਪ੍ਰਗਟ ਹੋਈਆਂ ਨੇ। ਲਖਤ ਚਰਾਚਰ ਨਿਰਪ ਸਬਤ ਦੀਪਨ। ਹਾਂ, ਜੋ ਜੜ ਤੇ ਚੇਤਨ ਜੀਵ ਲਖਤ ਮੈਨੇ ਜਾਣੇ ਜਾਂਦੇ ਨੇ ਤੇ ਜੋ 7 ਦੀਪਾਂ ਦੇ ਰਾਜੇ ਜਾਣੇ ਜਾਂਦੇ ਨੇ। 7 ਦੀਪ ਨੇ ਤੇ 7 ਦੀਪਾਂ ਦੇ ਵੱਖੋ ਵੱਖਰੇ ਰਾਜੇ ਨੇ। ਦੇਸ ਦੇਸ ਕੇ ਏਸ ਪ੍ਰਧਾਨੀ। ਹਾਂ, ਦੇਸਾਂ ਦੇਸਾਂ ਦੇ ਜੋ ਪ੍ਰਧਾਨ ਈਸ਼ਵਰ ਨੇ, ਇਹ ਸਾਰੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਪ੍ਰਗਟ ਹੋਏ ਨੇ। ਤਰਤ ਆਕਾਸ਼ ਖੰਡ ਬ੍ਰਹਮੰਡੰ। ਹਾਂ, ਧਰਤੀ ਦੇ 9 ਟੁਕੜੇ ਜਿਨ੍ਹਾਂ ਨੂੰ 9 ਖੰਡ ਕਹਿੰਦੇ ਨੇ। ਅਨੇਕਾਂ ਬ੍ਰਹਮੰਡ, ਆਕਾਸ਼ ਤੇ ਧਰਤੀ, ਇਹ ਸਾਰਾ ਪਸਾਰਾ ਵਾਹਿਗੁਰੂ ਤੋਂ ਹੀ ਹੋਇਆ ਏ। ਪਾਵਕ ਪਵਨ ਪਾਤਾਲ ਗਿਰ ਤਰਨੀ। ਗਿਰ ਪਹਾੜ ਤੇ ਤਰਨੀ ਨਾਮ ਗੁਰੂ ਖਾਲਸਾ ਜੀ ਨਦੀਆਂ ਦਾ ਏ। ਤੇ ਤਰਨੀ ਨਾਮ ਵ੍ਰਿਸ਼ਾਂ ਦਾ ਵੀ ਹੈ। ਗਿਰ ਪਹਾੜ ਤੇ ਤਰਨੀ ਬ੍ਰਿਸ਼ ਤੇ ਪਾਤਾਲ ਤੇ ਪਵਨ ਤੇ ਪਾਵਕ ਅੱਗ ਦਾ ਨਾਮ ਹੈ। ਇਹ ਸਾਰਾ ਕੁਝ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਹੀ ਪ੍ਰਗਟ ਹੋਇਆ ਏ। ਕਾਨਨ ਪਸ ਖੱਗ ਮ੍ਰਿਗ ਜਖ ਰਾਖਸ। ਤੇ ਕਾਨਨ ਨਾਮ ਜੰਗਲ ਦਾ ਏ ਤੇ ਪਸ ਪਸ਼ੂ ਤੇ ਖੱਗ ਨਾਮ ਪੰਛੀਆਂ ਦਾ ਏ। ਮ੍ਰਿਗ ਹਰਨਾਂ ਨੂੰ ਕਹਿੰਦੇ ਨੇ, ਰਾਖਸ਼ ਜਖ ਆਦਿਕ, ਇਹ ਸਾਰਾ ਪਸਾਰਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਹੀ ਹੈ।
ਆਸੁਰ ਭੁਜੰਗ ਤ੍ਰਿਗਦ ਜਲ ਤਰਨੀ। ਹਾਂ, ਜਲ ਤਰਨੀ, ਜਲ ਵਿੱਚ ਜੋ ਤਰਦੀਆਂ ਨੇ ਮੱਛੀਆਂ ਜਾਂ ਮੱਛ, ਫਿਰ ਤ੍ਰਿਗਦ ਜੂਨਾ, ਟੇਢੀਆਂ ਮੇਢੀਆਂ ਜੋ ਜੂਨਾ ਨੇ, ਤੇ ਇਸੇ ਤਰ੍ਹਾਂ ਭੁਜੰਗ ਸੱਪ ਤੇ ਅਸੁਰ ਰਾਖਸ਼, ਇਹ ਸਾਰੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਦੇਹ ਤੋਂ ਪ੍ਰਗਟ ਹੋਏ ਨੇ। ਸਵਰਗ ਅਪਵਰਗ ਮਾਤਲ ਅਰ ਭੂਤਲ। ਫਿਰ ਸਵਰਗ ਅਪਵਰਗ ਮੈਨੇ ਸੱਚਖੰਡ, ਤੇ ਮਾਤਲ ਮਾਤਲੋਕ, ਤੇ ਭੂਤਲ ਮੈਨੇ ਪਤਾਲ। ਭੂ ਨਾਮ ਧਰਤੀ ਦਾ ਏ, ਤੇ ਤਲ ਨਾਮ ਹੇਠਾਂ ਦਾ ਏ, ਧਰਤੀ ਦੇ ਹੇਠਾਂ। ਤੇ ਮਾਤਲ ਮੈਨੇ ਮਾਤ, ਤੇ ਲੱਲੇ ਨੂੰ ਔਂਕੜ ਜੋ ਹੈ ਹੋੜੇ ਦਾ ਰੂਪ ਬਣ ਕੇ, ਤੇ ਅੱਗੇ ਕੱਕਾ ਲੋਕ, ਮਾਤ ਲੋਕ। ਇਸ ਤਰੀਕੇ ਨਾਲ ਅਰਥ ਸਮਝਣਾ। ਤੇ ਸਵਰਗ ਤੇ ਸੱਚਖੰਡ ਤੇ ਮਾਤ ਲੋਕ ਤੇ ਪਤਾਲ ਲੋਕ, ਇਹ ਸਾਰਾ ਕੁਝ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਹੀ ਪ੍ਰਗਟ ਹੋਇਆ ਹੈ। ਗੁਰੂ ਖਾਲਸਾ ਸਾਧ ਸੰਗਤ ਜੀ ਕਈ ਕਹਿ ਦਿੰਦੇ ਨੇ ਵੀ ਸਵਰਗਾਂ ਵਿੱਚ ਤੇ ਸੱਚਖੰਡ ਦੇ ਵਿੱਚ ਕੀ ਫਰਕ ਹੈ। ਇਹ ਦੁਨੀਆ ਤੇ ਜਿੰਨੇ ਸੁੱਖ ਨੇ ਇਹਦੇ ਤੋਂ 100 ਗੁਣਾ ਵੱਧ ਸੁੱਖ ਸੱਚਖੰਡ ਸਵਰਗਾਂ ਵਿੱਚ ਬੰਦੇ ਨੂੰ ਪ੍ਰਾਪਤ ਹੁੰਦੇ ਨੇ। ਸਵਰਗਾਂ ਵਿੱਚ ਜਿਹੜਾ ਬੰਦਾ ਚਲਿਆ ਜਾਂਦਾ ਏ, ਜੇ ਉਹਦੇ ਮਨ ਵਿੱਚ ਭਾਵਨਾ ਏ ਕਿ ਅੱਜ ਪਨੀਰ ਦੀ ਰੋਟੀ ਨਾਲ, ਪਨੀਰ ਦੀ ਸਬਜ਼ੀ ਨਾਲ ਰੋਟੀ ਖਾਣੀ ਹੈ, ਉਹਨੂੰ ਦੁੱਧ ਨਹੀਂ ਚੋਣਾ ਪਵੇਗਾ, ਪਨੀਰ ਨਹੀਂ ਫਟਾਉਣਾ ਪਵੇਗਾ, ਭੁਰਜੀ ਨਹੀਂ ਬਣਾਉਣੀ ਪਵੇਗੀ, ਰੋਟੀਆਂ ਨਹੀਂ ਪਕਾਉਣੀਆਂ ਪੈਣਗੀਆਂ। ਬਸ ਵਾਸ਼ਨਾ ਦੇ ਨਾਲ ਹੀ ਉਹਨੂੰ ਭੋਜਨ ਪਨੀਰ ਦੀ ਰੋਟੀ ਪ੍ਰਾਪਤ ਹੋ ਜਾਵੇਗੀ ਤੇ ਉਹ ਰੱਜ ਜਾਵੇਗਾ। ਵਾਸ਼ਨਾ ਮੈਂ ਭੋਜਨ ਕਰਦਾ ਏ, ਵਾਸ਼ਨਾ ਮੈਂ ਭੋਗ ਕਰਦਾ ਏ, ਵਾਸ਼ਨਾ ਮੈਂ ਜਾਗਦਾ ਹੈ, ਵਾਸ਼ਨਾ ਮੈਂ ਸੌਂਦਾ ਹੈ, ਸਾਰਾ ਕੁਝ ਉੱਥੇ ਵਾਸ਼ਨਾ ਸਰੂਪ ਹੀ ਹੁੰਦਾ ਏ। ਜਦੋਂ ਗੁਰੂ ਖਾਲਸਾ ਜੀ ਜਿਵੇਂ ਬਾਹਰਲੇ ਮੁਲਕ ਗਿਆ ਹੋਵੇ ਕੋਈ ਤੇ ਵੀਜ਼ਾ ਮੁੱਕ ਜਾਵੇ ਤੇ ਉੱਥੋਂ ਦੀ ਸਰਕਾਰ ਉਹਨੂੰ ਫਿਰ ਪੰਜਾਬ ਵਿੱਚ ਭੇਜ ਦਿੰਦੀ ਹੈ। ਇਸੇ ਤਰ੍ਹਾਂ ਸਵਰਗਾਂ ਵਿੱਚ ਗਿਆ ਬੰਦਾ ਜਿੰਨਾ ਚਿਰ ਪੁੰਨ ਨੇ ਉਹਨਾਂ ਚਿਰ ਸਵਰਗਾਂ ਦਾ ਆਨੰਦ ਮਾਣਦਾ ਏ। ਜਦੋਂ ਪੁੰਨ ਮੁੱਕ ਜਾਂਦੇ ਨੇ ਤੇ ਫਿਰ ਉਹ ਬੰਦਾ ਮਾਤ ਲੋਕ ਤੇ ਆ ਕੇ ਕਿਸੇ ਜੂਨੀ ਨੂੰ ਪ੍ਰਾਪਤ ਹੋ ਜਾਂਦਾ ਏ, ਆਪਣੇ ਪਾਪਾਂ ਦਾ ਭੁਗਤਾਨ ਕਰਨ ਵਾਸਤੇ, ਜਾਂ ਨਰਕਾਂ ਵਿੱਚ ਚਲਿਆ ਜਾਂਦਾ ਏ। ਸੱਚਖੰਡ ਹੈ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਵੇਂ ਗੁਰੂ ਖਾਲਸਾ ਜੀ ਨਦੀ ਦਾ ਪਾਣੀ ਸਮੁੰਦਰ ਵਿੱਚ ਰਲ ਜਾਵੇ ਤੇ ਮਗਰੋਂ ਪਤਾ ਨਹੀਂ ਲੱਗਦਾ ਵੀ ਆਹ ਸਮੁੰਦਰ ਦਾ ਪਾਣੀ ਹੈ ਤੇ ਆਹ ਨਦੀ ਦਾ ਏ, ਕੋਈ ਜੁਦਾ ਨਹੀਂ ਕਰ ਸਕਦਾ। ਇਦਾਂ ਜਿਹੜਾ ਬੰਦਾ ਸੱਚਖੰਡ ਵਿੱਚ ਚਲਿਆ ਜਾਵੇ ਉਹਨੂੰ ਕੋਈ ਸੱਚਖੰਡ ਤੋਂ ਪਿਛਾਂਹ ਨੂੰ ਮੋੜ ਨਹੀਂ ਸਕਦਾ। ਸੱਚਖੰਡ ਤੇ ਸਵਰਗਾਂ ਦੇ ਵਿੱਚ ਕਿੰਨਾ ਕੁ ਫਾਸਲਾ ਏ। ਜਿਵੇਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਈਏ, ਅੰਮ੍ਰਿਤਸਰ ਸ਼ਹਿਰ ਸਾਰਾ ਸਵਰਗ ਮਾਨੋ, ਤੇ ਸਵਰਗਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੋ ਦਰਬਾਰ ਸਾਹਿਬ ਦਾ ਪਾਵਨ ਸਥਾਨ ਹੈ ਇਹ ਸੱਚਖੰਡ ਮਾਨੋ। ਇੰਨਾ ਕੁ ਸਵਰਗਾਂ ਦਾ ਤੇ ਸੱਚਖੰਡ ਦਾ ਫਾਸਲਾ ਸੁਆਮੀ ਨਿਰਮਲ ਚੇਤਨ ਜੀ ਮਹਾਨ ਤਤਵੇਤੀ ਮਹਾਂਪੁਰਖ ਦੱਸਿਆ ਕਰਦੇ ਸਨ। ਸੋ ਮਾਤਲ ਮੈਨੇ ਮਾਤ ਲੋਕ ਤੇ ਭੂਤਲ ਮੈਨੇ ਪਤਾਲ ਲੋਕ। ਮਾਤ ਲੋਕ ਮੰਮੇ ਨੂੰ ਕੰਨਾ ਤੱਤਾ ਮਾਤ, ਤੇ ਲੱਲੇ ਨੂੰ ਔਂਕੜ ਨੂੰ ਹੋੜਾ ਸਮਝਣਾ, ਤੇ ਕੱਕਾ ਆਪਣੇ ਕੋ ਲਗਾ ਕੇ ਮਾਤ ਲੋਕ। ਭੂਤ ਦਾ ਅਰਥ ਹੁੰਦਾ ਜਿਹੜਾ ਸਮਾਂ ਪਿੱਛੇ ਗੁਜ਼ਰ ਚੁੱਕਾ ਏ। ਜੋ ਗੁਜ਼ਰ ਜਾਂਦਾ ਏ ਉਹ ਪਿੱਛੇ ਹੇਠਾਂ ਚਲਿਆ ਜਾਂਦਾ ਏ। ਤੋ ਜੋ ਗੁਰੂ ਖਾਲਸਾ ਜੀ ਹੁਣ ਮਾਤ ਲੋਕ ਵਿੱਚ ਸਮਾਂ ਚੱਲਦਾ ਪਿਆ ਏ, ਇਹਦੇ ਤੋਂ ਪਿੱਛੇ ਜਿਹੜਾ ਸਮਾਂ ਹੈ ਉਹ ਪਤਾਲਾਂ ਵਿੱਚ ਚੱਲਦਾ ਪਿਆ ਏ। ਇਸ ਲਈ ਭੂਤ ਲੋਕ ਪਤਾਲਾਂ ਦੇ ਤਾਈਂ ਕਹਿ ਦਿੰਦੇ ਨੇ। ਐਸਾ ਵੀ ਮਹਾਂਪੁਰਖ ਪੁਰਾਣੇ ਗੁਰੂ ਜਾਣ ਵਿਦਿਆ ਗੁਰੂ ਉਹ ਅਰਥ ਕਰਿਆ ਕਰਦੇ ਸਨ। ਨਰਕ ਅਗਨ ਕ੍ਰਿਤ ਰੈਨ ਦਿਵਸ ਹੈ। ਹਾਂ, ਫਿਰ ਨਰਕ ਤੇ ਅਗਨ ਪਾਪ ਤੇ ਕ੍ਰਿਤ ਨਾਮ ਪੁੰਨਾਂ ਦਾ ਹੈ। ਸੁਕ੍ਰਿਤ ਮੈਨੇ ਪੁੰਨ, ਤੇ ਰੈਨ ਮੈਨੇ ਰਾਤ, ਦਿਵਸ ਦਿਨ। ਇਹ ਸਾਰਾ ਅਕਾਲ ਪੁਰਖ ਦੀ ਦੇਹ ਤੋਂ ਬਣਿਆ ਹੈ। ਅਕਾਲ ਪੁਰਖ ਕੀ ਦੇਹ ਮੋ ਕੋਟਕ ਬਿਸ਼ਨ ਮਹੇਸ਼।
ਇਹ ਸਾਰਾ ਕੁਝ ਵਰਤਾਰਾ ਅਕਾਲ ਪੁਰਖ ਦੀ ਦੇਹ ਵਿੱਚੋਂ ਹੀ ਵਰਤਿਆ ਏ। ਮਰਯਾਦਾ ਜੁਗਨ ਮਾਸ ਪਖ ਕਲਪਨ, ਜੋ 4 ਯੁੱਗਾਂ ਦੀ ਮਰਿਆਦਾ ਏ, ਸਤਯੁਗ ਤੋਂ ਬਾਅਦ ਤ੍ਰੇਤਾ ਦੁਆਪਰ ਕਲਯੁਗ ਆਉਂਦਾ ਏ। 12 ਮਹੀਨੇ ਨੇ, ਚੇਤ ਤੋਂ ਬਾਅਦ ਵਿਸਾਖ ਜੇਠ ਹਾੜ ਆਉਂਦਾ ਏ, ਤੇ 15 ਦਿਨ ਪੂਰਨਮਾਸ਼ੀ ਦੇ ਤੇ 15 ਦਿਨ ਮੱਸਿਆ ਦੇ ਅੰਧੇਰੀ ਰਾਤ ਦੇ ਹੁੰਦੇ ਨੇ। ਚਾਨਣ ਪੱਖ ਤੇ ਅੰਧੇਰੇ ਦਾ ਪੱਖ ਏ, ਜੋ 2 ਪੱਖ ਨੇ। ਬ੍ਰਹਮੇ ਦਾ ਇੱਕ ਦਿਨ ਜਿਹਨੂੰ ਕਲਪ ਕਹਿੰਦੇ ਨੇ, ਜਾਂ 9 ਯੁੱਗਾਂ ਦੀ ਗਿਣਤੀ ਇੱਕ ਕਲਪ ਮੰਨਿਆ ਗਿਆ ਏ। ਇਹ ਸਾਰੀ ਜਿੰਨੀ ਵੀ ਗੁਰੂ ਖਾਲਸਾ ਜੀ ਇਹ ਸਮੇਂ ਦੀ ਚਾਲ ਚੱਲਦੀ ਪਈ ਹੈ, ਇਹ ਚਾਲ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਦੇਹ ਵਿੱਚੋਂ ਹੀ ਪ੍ਰਗਟ ਹੋਈ ਹੈ। ਘਟੀ ਮਹੂਰਤ ਜਾਮ ਬਰਸਹੇ, ਹਾਂ 22 ਮਿੰਟਾਂ ਦੀ ਇੱਕ ਘੜੀ ਮੰਨੀ ਗਈ ਹੈ। ਤੇ ਫਿਰ ਗੁਰੂ ਖਾਲਸਾ ਜੀ 2 ਘੜੀਆਂ ਦਾ ਇੱਕ ਮਹੂਰਤ ਮੰਨਿਆ ਗਿਆ ਹੈ, ਤੇ 3 ਘੰਟਿਆਂ ਦਾ ਇੱਕ ਪਹਿਰ ਮੰਨਿਆ ਗਿਆ ਹੈ, ਤੇ 12 ਘੰਟਿਆਂ ਦੇ ਵਿੱਚ 4 ਪਹਿਰ ਹੁੰਦੇ ਨੇ। 1 ਵਜੇ ਤੋਂ ਲੈ ਕੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਇੱਕ ਪਹਿਰ ਹੈ। 3 ਵਜੇ ਤੋਂ ਲੈ ਕਰਕੇ 6 ਵਜੇ ਤੱਕ ਦੂਜਾ ਪਹਿਰ ਹੈ, ਤੇ 6 ਤੋਂ ਲੈ ਕਰਕੇ 9 ਵਜੇ ਤੱਕ ਤੀਜਾ ਪਹਿਰ ਹੈ, ਤੇ ਇਸੇ ਤਰ੍ਹਾਂ 9 ਤੋਂ 12 ਤੱਕ ਚੌਥਾ ਪਹਿਰ ਹੈ। 4 ਪਹਿਰ ਹੀ ਰਾਤ ਦੇ ਹੁੰਦੇ ਨੇ, ਤੇ 4 ਪਹਿਰ ਹੀ ਦਿਨ ਦੇ ਹੁੰਦੇ ਨੇ। ਇਸ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਪੁਰਾਣੇ ਪਹਿਰ ਮੰਨੇ ਗਏ ਸਨ। ਇਹ ਜਿਹੜੇ ਪਹਿਰ ਨੇ ਇਹ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਦੇਹ ਵਿੱਚੋਂ ਹੀ ਪ੍ਰਗਟ ਹੋਏ ਨੇ। ਰੇਖ ਮੁਨ ਤੇ ਬਰਸ ਨਾਮ ਸਾਲਾਂ ਦਾ ਏ, ਤੇ ਜਾਮ ਨਾਮ ਪਹਿਰਾਂ ਦਾ ਏ। ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਰੀਰ ਵਿੱਚੋਂ ਹੀ ਪ੍ਰਗਟ ਹੋਏ ਨੇ। ਰੇਖ ਮੁਨ ਤਪੀ ਅਵਤਾਰ ਸ਼ਰੁਤ ਸਿਮਰਤ, ਫਿਰ ਰਿਖੀ ਮੁਨੀ ਤਪੀ ਜਨ ਅਵਤਾਰ ਸ਼ਰੁਤ ਵੇਦ ਤੇ 27 ਸਿਮਰਤੀਆਂ, ਇਹ ਸਾਰਾ ਕੁਝ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਰੀਰ ਵਿੱਚੋਂ ਪ੍ਰਗਟ ਹੋਇਆ ਏ। ਸ਼ਾਸਤਰ ਪੁਰਾਨ ਰਿਚਾ ਮਤ ਬਰਨੀ, ਹਾਂ ਫਿਰ 6 ਸ਼ਾਸਤਰ ਨੇ, 18 ਪੁਰਾਣ ਨੇ, ਤੇ ਸ਼ਾਸਤਰਾਂ ਤੇ ਪੁਰਾਣਾਂ ਦੀਆਂ ਰਿਚਾ ਪੰਕਤੀਆਂ ਨੇ। ਮਤ ਮੈਨੇ ਸਿਧਾਂਤ ਜੋ ਬਰਨੀ ਵਰਣਨ ਕੀਤਾ ਹੋਇਆ ਏ ਇਹਨਾਂ ਸਿਧਾਂਤਕ ਗ੍ਰੰਥਾਂ ਵਿੱਚ। ਇਹ ਸਾਰਾ ਜੋ ਧਾਰਮਿਕ ਸਿਧਾਂਤਕ ਗ੍ਰੰਥਾਂ ਦਾ ਭੰਡਾਰਾ ਏ, ਇਹ ਵੀ ਵਾਹਿਗੁਰੂ ਅਕਾਲ ਪੁਰਖ ਦੀ ਦੇਹ ਤੋਂ ਹੀ ਪ੍ਰਗਟ ਹੋਇਆ ਏ। ਕਾਵਿ ਗ੍ਰੰਥ ਭਿੰਨ ਭਿੰਨ ਮਤ ਨਿਜ ਨਿਜ, ਹਾਂ ਬ੍ਰਹਮੇ ਨੇ ਵੇਖਣਾ ਕੀਤਾ ਵੀ ਜੋ ਕਾਵਿ ਕਵਿਤਾ ਵਿੱਚ ਤੇ ਆਪੋ ਆਪਣੀ ਮਤ ਦੇ ਅਨੁਸਾਰ ਵੱਖੋ ਵੱਖਰੇ ਜੋ ਗ੍ਰੰਥ ਬਣਾਏ ਨੇ ਰਿਖੀਆਂ ਮੁਨੀਆਂ ਨੇ, ਇਹ ਸਾਰੇ ਗ੍ਰੰਥ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਦੇਹ ਤੋਂ ਪ੍ਰਗਟ ਹੋਏ ਨੇ। ਪਾਖਾ ਸਾਰ ਸੇਖ ਰਿਖ ਕਰਨੀ, ਹਾਂ ਫਿਰ ਭਾਖਾ ਸਾਰ ਜੋ ਸਾਰ ਸ੍ਰੇਸ਼ਟ ਭਾਸ਼ਾ ਏ। ਗੁਰੂ ਖਾਲਸਾ ਜੀ ਬ੍ਰਜ ਭਾਸ਼ਾ ਨੂੰ ਸ੍ਰੇਸ਼ਟ ਭਾਸ਼ਾ ਕਹਿੰਦੇ ਨੇ, ਕਿਉਂਕਿ ਜਿਹੜੀ ਫਾਰਸੀ ਹੈ ਉਹਨੂੰ ਮੁਸਲਮਾਨ ਹੀ ਸਮਝ ਸਕਦੇ ਨੇ। ਤੇ ਇਸੇ ਤਰੀਕੇ ਦੇ ਨਾਲ ਜਿਹੜੀ ਸੰਸਕ੍ਰਿਤ ਬੋਲੀ ਹੈ ਇਹਨੂੰ ਗੁਰੂ ਖਾਲਸਾ ਜੀ ਜੋ ਵਿਆਕਰਣ ਦੇ ਨਿਯਮਾਂ ਤੋਂ ਜਾਣੂ ਹੋਵੇ ਉਹ ਸੰਸਕ੍ਰਿਤ ਬੋਲੀ ਨੂੰ ਸਮਝ ਸਕਦਾ ਏ। ਬ੍ਰਜ ਭਾਸ਼ਾ ਨੂੰ ਹਰੇਕ ਕੋਈ ਸਮਝ ਸਕਦਾ ਏ, ਜਿਵੇਂ ਗੁਰੂ ਕੀ ਬਾਣੀ ਬ੍ਰਜ ਬੋਲੀ 'ਚ ਹੈ ਜਾਂ ਇਤਿਹਾਸਕ ਗ੍ਰੰਥ ਬ੍ਰਜ ਬੋਲੀ 'ਚ ਹੈ। ਇਸ ਲਈ ਬ੍ਰਜ ਬੋਲੀ ਨੂੰ ਸਾਰ ਸ੍ਰੇਸ਼ਟ ਕਹਿੰਦੇ ਨੇ। ਇਸੇ ਤਰ੍ਹਾਂ ਸ਼ੇਸ਼ਨਾਗ ਦੀ ਜੋ ਕਰਨੀ ਕੀਤੀ ਹੋਈ ਹੈ ਭਾਸ਼ਾ, ਜਿਹਨੂੰ ਸਹਿਸਕ੍ਰਿਤੀ ਕਹਿੰਦੇ ਨੇ, ਇਸੇ ਤਰ੍ਹਾਂ ਰਿਖੀਆਂ ਦੀ ਬਣਾਈ ਹੋਈ ਜਿਹੜੀ ਗੁਰੂ ਖਾਲਸਾ ਜੀ ਸੰਸਕ੍ਰਿਤ ਹੈ, ਸੇਖ ਕਰਨੀ ਤੇ ਰਿਖ ਕਰਨੀ ਇਹਦਾ ਅਰਥ ਕਰਨਾ ਹੈ। ਸ਼ੇਸ਼ਨਾਗ ਦੀ ਪੈਦਾ ਕੀਤੀ ਹੋਈ ਸਹਿਸਕ੍ਰਿਤ ਤੇ ਰਿਖੀਆਂ ਦੀ ਕੀਤੀ ਹੋਈ ਬੋਲੀ ਉਹਨੂੰ ਸੰਸਕ੍ਰਿਤ ਕਹਿੰਦੇ ਨੇ। ਸਹਿਸਕ੍ਰਿਤੀ ਦਾ ਨਾਮ ਪ੍ਰਕਿਰਤ ਵੀ ਹੈ। ਸੰਸਕ੍ਰਿਤ ਦੀ ਜਿਹੜੀ ਮਾਂ ਹੈ ਉਹ ਸਹਿਸਕ੍ਰਿਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਜਵੇਂ ਪਾਤਸ਼ਾਹ ਤੇ ਪਹਿਲੇ ਪਾਤਸ਼ਾਹ ਨੇ ਸਹਿਸਕ੍ਰਿਤੀ ਲਿਖੀ ਹੈ। ਇਸੇ ਤਰ੍ਹਾਂ ਰਿਖੀਆਂ ਦੀ ਜੋ ਕੀਤੀ ਹੋਈ ਸੰਸਕ੍ਰਿਤ ਹੈ
ਇਹ ਵੀ ਵਾਹਿਗੁਰੂ ਅਕਾਲ ਪੁਰਖ ਤੋਂ ਹੀ ਪ੍ਰਗਟ ਹੋਈ ਹੈ, ਕਿਉਂਕਿ ਰਿਖੀ ਵਾਹਿਗੁਰੂ ਤੋਂ ਪ੍ਰਗਟ ਹੋਏ, ਸ਼ੇਸ਼ਨਾਗ ਵਾਹਿਗੁਰੂ ਤੋਂ ਪ੍ਰਗਟ ਹੋਇਆ, ਤੇ ਬੋਲੀ ਵੀ ਵਾਹਿਗੁਰੂ ਅਕਾਲ ਪੁਰਖ ਤੋਂ ਹੀ ਪ੍ਰਗਟ ਹੋਈ, ਐਸਾ ਸਿੱਧ ਹੁੰਦਾ ਏ। ਰਚਨਾ ਸਕਲ ਜਗਤ ਕੀ ਨਿਕਸੀ। ਹਾਂ, ਬ੍ਰਹਮੇ ਨੇ ਵੇਖਿਆ ਵੀ ਸਾਰੇ ਸੰਸਾਰ ਦੀ ਜੋ ਰਚਨਾ ਹੈ ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਤੇਜ ਪ੍ਰਤਾਪ ਵਿੱਚੋਂ ਨਿਕਲੀ ਹੈ। ਵਿਸ਼ਵ ਵਿਭੂਤ ਤੇ ਵਿਸ਼ਵ ਸਗਲ ਹੈ। ਵਿਸ਼ਵ ਵਿਭੂਤ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਇਹ ਸਾਰਾ ਸੰਸਾਰ ਪ੍ਰਗਟ ਹੋਇਆ ਏ। ਬਾਦ ਵਿਵਾਦ ਵਿਆਪਾਰ ਬਿਹਾਰਨ। ਹਾਂ, ਦੁਨੀਆ ਦੇ ਉੱਪਰ ਬਾਦ ਵਿਵਾਦ ਜੋ ਝਗੜਾ ਕਰਨਾ ਏ ਤੇ ਵਪਾਰ ਕਰਨਾ ਏ ਤੇ ਬਿਹਾਰਨ ਆਪਣਾ ਗੁਜ਼ਾਰਾ ਕਰਨਾ ਏ। ਸਕਲ ਪਦਾਰਥ ਔਸਧ ਫਲ ਹੈ। ਹਾਂ, ਜਿੰਨੇ ਦੁਨੀਆ ਦੇ ਪਦਾਰਥ ਨੇ ਸਾਰੇ ਹੀ ਸਾਰੀਆਂ ਦਵਾਈਆਂ ਤੇ ਸਾਰੇ ਫਲ। ਆਵਾਗੌਨ ਉਤਪਤ ਅਰ ਪਰਲੈ। ਸੰਸਾਰ ਦੀ ਉਤਪਤੀ ਹੋਣੀ ਤੇ ਫਿਰ ਸੰਸਾਰ ਦੇ ਵਿੱਚ ਜੀਵਾਂ ਦਾ ਆਉਣਾ ਜਾਣਾ, 84 ਲੱਖ ਦਾ ਗੇੜਾ, ਫਿਰ ਸੰਸਾਰ ਦੀ ਜੋ ਪ੍ਰਲੈ ਹੋਣੀ ਹੈ। ਡੰਡ ਤਰਾਸ ਕਲਨਾ ਚਿਤ ਫੁਰਨੀ। ਹਾਂ, ਫਿਰ ਜਮਦੂਤਾਂ ਦੇ ਡੰਡ, ਜਮਦੂਤਾਂ ਦੇ ਡਰ ਪ੍ਰਾਪਤ ਹੋਣੇ ਜੀਵ ਨੂੰ, ਤੇ ਸਾਧੂ ਮਹਾਂਪੁਰਖਾਂ ਦੇ ਹਿਰਦੇ ਵਿੱਚ ਕਲਨਾ ਸ਼ਾਂਤੀ ਆ ਜਾਣੀ। ਅਗਿਆਨੀ ਬੰਦਿਆਂ ਦੇ ਮਨ ਵਿੱਚ ਫੁਰਨੇ ਫੁਰਦੇ ਰਹਿਣੇ, ਚਿੱਤ ਫੁਰਨੀ, ਅਵਿਦਿਆ ਛਾਈ ਰਹਿਣੀ, ਚਿੱਤ ਵਿੱਚ ਫੁਰਨੇ ਫੁਰਦੇ ਰਹਿਣੇ। ਇਹ ਸਾਰਾ ਕੁਝ ਅਕਾਲ ਪੁਰਖ ਪਰਮੇਸ਼ਰ ਤੋਂ ਪ੍ਰਗਟ ਹੋਇਆ ਏ। ਸੁਰ ਤਰ ਕਾਮ ਧੇਨ ਦਰਵਯ ਸਗਲੇ। ਹਾਂ, ਸੁਰ ਤਰ ਕਲਪ ਬ੍ਰਿਸ਼ ਤੇ ਕਾਮ ਧੇਨ ਇੱਕ ਗਊ ਹੈ ਜੋ ਸਾਰੀਆਂ ਕਾਮਨਾਵਾਂ ਨੂੰ ਪੂਰੀਆਂ ਕਰਦੀ ਹੈ। 9 ਪ੍ਰਕਾਰ ਦੇ ਦਰਵਯ ਪਦਾਰਥ ਮੰਨੇ ਨੇ ਗੁਰੂ ਖਾਲਸਾ ਜੀ ਤਰਕ ਸੰਗ੍ਰਹਿ ਗ੍ਰੰਥ ਵਿੱਚ। ਇਹ ਸਾਰੇ ਹੀ ਬ੍ਰਹਮੇ ਨੇ ਅੰਦਾਜ਼ਾ ਲਾਇਆ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਪ੍ਰਗਟ ਹੋਏ ਨੇ। ਹੋਤ ਭਾਈ ਵਿਦ ਪੂਰਬ ਧਰਨੀ। ਹਾਂ, ਜੋ ਪਹਿਲਾਂ ਵਰਗੀ ਧਰਤੀ ਹੋਈ ਹੈ ਨਾ ਸੰਸਾਰ ਦੇ ਵਿੱਚ, ਪਹਿਲਾਂ ਵਰਗੇ ਜਿਹੜੇ ਪਦਾਰਥ ਸਾਰੇ ਪ੍ਰਗਟ ਹੋ ਗਏ ਨੇ। ਪਹਿਲਾਂ ਵਰਗੇ ਯੁੱਗ, ਮਹੀਨੇ, ਪੱਖ, ਸੁਰਤਰ, ਕਲਪ ਬ੍ਰਿਸ਼, ਕਾਮ ਧੇਨ। ਬ੍ਰਹਮੇ ਨੇ ਅੰਦਾਜ਼ਾ ਲਾਇਆ ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਦੇਹ ਤੋਂ ਸਾਰਾ ਪਸਾਰਾ ਪਸਰਿਆ ਏ। ਬਾਹਨ ਸਗਲ ਸਗਨ ਸੁਰ ਆਦਿਕ। ਹਾਂ, ਸਾਰੇ ਬਾਹਨ ਤੇ ਸਾਰੇ ਦੇਵਤੇ ਸੰਗਣੀ ਗਿਣਤੀ ਵਿੱਚ 33 ਕਰੋੜ ਦੀ ਗਿਣਤੀ ਵਿੱਚ, ਇਹ 33 ਕਰੋੜ ਦੇਵਤਿਆਂ ਦੇ ਜਿਹੜੇ ਬਾਹਨ ਨੇ ਇਹ ਸਾਰੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਪ੍ਰਗਟ ਹੋਏ ਨੇ। ਆਪ ਆਪਣੇ ਪ੍ਰਿਥਕ ਪ੍ਰਿਥਕ ਹੈ। ਆਪੋ ਆਪਣੇ ਬਾਣਾਂ ਦੇ ਉੱਪਰ ਜੋ ਦੇਵੀ ਦੇਵਤੇ ਚੜੇ ਨੇ ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਹੀ ਕਿਰਪਾ ਏ। ਗਰੜ ਹੰਸ ਨੰਦੀ ਨਾਹਰ ਗਜ। ਹਾਂ, ਇੰਦਰ ਗਜ ਹਾਥੀ ਤੇ ਚੜਿਆ ਹੈ ਤੇ ਦੁਰਗਾ ਦੇਵੀ ਸ਼ੇਰ ਤੇ ਚੜੀ ਹੈ, ਸ਼ਿਵ ਨੰਦੀ ਬੌਲ ਤੇ ਚੜਿਆ ਹੈ, ਤੇ ਬ੍ਰਹਮਾ ਜਿਹੜਾ ਉਹ ਹੰਸ ਦੇ ਉੱਪਰ ਚੜਿਆ ਹੈ, ਤੇ ਵਿਸ਼ਨੂੰ ਗਰੜ ਦੇ ਉੱਪਰ ਚੜਿਆ ਹੈ। ਇਹ ਜੋ ਸਾਨੂੰ ਵਾਹਨ ਪ੍ਰਾਪਤ ਹੋਏ ਨੇ ਇਹ ਅਕਾਲ ਪੁਰਖ ਦੀ ਦੇਹ ਵਿੱਚੋਂ ਹੀ ਪ੍ਰਾਪਤ ਹੋਏ ਨੇ। ਉੱਚ ਸਰਵਾਦ ਮੋਰ ਮੂਕਕ ਹੈ। ਹਾਂ, ਉੱਚ ਸਰਵਾਦ ਘੋੜੇ ਦਾ ਨਾਮ ਹੈ, ਤੇ ਮੋਰ ਗੁਰੂ ਖਾਲਸਾ ਜੀ ਮੋਰ ਨੂੰ ਕਹਿੰਦੇ ਨੇ। ਮੂਖਕ ਚੂਹੇ ਦਾ ਨਾਮ ਹੈ, ਤੇ ਮੋਰ ਦੇ ਉੱਪਰ ਸਵਾਮ ਕਾਰਤਿਕ ਚੜਿਆ ਏ, ਤੇ ਮੂਖਕ ਚੂਹੇ ਦੇ ਉੱਪਰ ਗਣੇਸ਼ ਚੜਿਆ ਏ, ਤੇ ਉੱਚ ਸਰਵਾ ਘੋੜੇ ਦੇ ਉੱਪਰ ਸੂਰਜ ਚੜਿਆ ਏ। ਇਹ ਸਾਰੇ ਵਾਹਨ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਦੇਹ ਤੋਂ ਪ੍ਰਗਟ ਹੋਏ ਨੇ। ਉੱਚ ਸਰਵਾਦ ਊੜੇ ਨੂੰ ਔਂਕੜੀ ਹੈ ਨਨਕਿਆਣੇ ਵਾਲੀ, ਤੇ ਬੁੱਢੇ ਦਲ ਵੱਲੋਂ ਜੋ ਵੱਡੇ ਆਕਾਰ ਦੀ ਬੀੜ ਛਪੀ ਸੀ ਉਹਦੇ ਵਿੱਚ ਪਾਠ ਦਿਖਿਆ ਏ। ਮਹਿਕ ਸੋ ਏਣ ਬਿਵਾਨ ਸਯੰਦਨ। ਹਾਂ, ਮਹਿਖੇ ਨਾਮ ਗੁਰੂ ਖਾਲਸਾ, ਮਹਿਖ ਨਾਮ ਧਰਮ ਰਾਜੇ ਦੇ ਵਾਹਣ ਦਾ ਏ, ਮੱਝ ਝੋਟੇ ਦਾ ਏ, ਝੋਟੇ ਦੇ ਧਰਮ ਰਾਜਾ ਬੈਠਦਾ ਏ। ਏਨ ਨਾਮ ਹਰਨ ਦਾ ਏ, ਹਰਨ ਦੇ ਉੱਪਰ ਚੰਦਰਮਾ ਬੈਠਦਾ ਏ। ਤੇ ਨਾਨਾ ਪ੍ਰਕਾਰ ਦੇ ਬਿਵਾਨ ਤੇ ਰਥ
ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਪ੍ਰਾਪਤ ਹੋਏ ਨੇ ਸਾਨੂੰ। ਚੰਪਾਨ ਬਿਬਦ ਚਤੁਰੰਗਨ, ਹਾਂ ਚੰਪਾਨ ਪਾਲਕੀਆਂ ਤੇ ਵਿਵਧ ਨਾਨਾ ਪ੍ਰਕਾਰ ਦੀ ਜੋ 4 ਪ੍ਰਕਾਰ ਦੀ ਫੌਜ ਹੈ। ਪ੍ਰਗਟੇ ਸਭੀ ਬੈਰਾਟ ਦੇਹਤੇ, ਬ੍ਰਹਮੇ ਨੂੰ ਇਹ ਅਨੁਭਵ ਹੋਇਆ, ਉਹਨੇ ਅੱਖਾਂ ਨਾਲ ਦੇਖਿਆ ਕਿ ਇਹ ਸਾਰਾ ਕੁਝ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਦੇਹ ਤੋਂ ਪ੍ਰਗਟ ਹੋਇਆ ਹੈ। ਪਹਿਲਾਂ ਤੇ ਉਹਨੂੰ ਆਪਣਾ ਹੀ ਪਤਾ ਨਹੀਂ ਸੀ ਲੱਗਦਾ ਵੀ ਮੈਂ ਕਿੱਥੋਂ ਪ੍ਰਗਟ ਹੋਇਆ ਹੈ। ਫਿਰ ਗੁਰੂ ਖਾਲਸਾ ਜੀ ਦੇਵ ਬਾਣੀ ਨੇ ਉਹਨੂੰ ਗਿਆਨ ਦਿੱਤਾ, ਉਹਨੂੰ ਪਤਾ ਲੱਗ ਗਿਆ ਵੀ ਇਹ ਸਾਰਾ ਵਰਤਾਰਾ ਅਕਾਲ ਦੀ ਦੇਹ ਵਿੱਚੋਂ ਪ੍ਰਗਟ ਹੋਇਆ ਏ। ਨਰ ਨਾਰੀ ਬਿਓਮ ਬਰੰਗਨ, ਹਾਂ ਨਰ ਮਨੁੱਖ ਤੇ ਨਾਰੀਆਂ ਤੇ ਬਿਓਮ ਨਾਮ ਦੇਵੀ ਦੇਵਤਿਆਂ ਦਾ ਹੈ। ਤੇ ਬਿਓਮ ਆਕਾਸ਼ ਦਾ ਅਰਥ ਵੀ ਹੁੰਦਾ ਏ ਤੇ ਬਿਓਮ ਦਾ ਅਰਥ ਦੇਵਤੇ ਵੀ ਹੁੰਦਾ ਏ। ਤੇ ਬਰੰਗਣਾ ਜੋ ਦੇਵਤਿਆਂ ਦੀਆਂ ਘਰ ਵਾਲੀਆਂ ਨੇ, ਸੋਹਣੇ ਅੰਗਾਂ ਵਾਲੀਆਂ, ਇਹ ਸਾਰਾ ਵਰਤਾਰਾ ਵਾਹਿਗੁਰੂ ਅਕਾਲ ਪੁਰਖ ਦੀ ਦੇਹ ਤੋਂ ਹੋਇਆ ਏ। ਵਿਸ਼ਨ ਪਾਦ ਜਬਲੀ ਧਾਰ, ਭਾਈ ਇਕੱਤਰ ਪ੍ਰਜਾ ਸਭ ਭੂਪਾਰ। ਹਾਂ ਸਾਰੀ ਇਕੱਤਰਤਾ ਧਰਤੀ ਦੇ ਉੱਪਰ ਦੇਵੀ ਦੇਵਤਿਆਂ ਦੀ ਹੋਈ ਹੈ। ਦੇਵ ਅਦੇਵ ਗਿਰ ਰਾਜ ਸਿੰਧ ਤਟ, ਦੇਵਤੇ ਤੇ ਦੈਂਤ ਗਿਰ ਰਾਜ ਸਮੀਰ ਪਰਬਤ ਇੱਕ ਪਾਸੇ ਹੈ, ਇੱਕ ਪਾਸੇ ਕਸ਼ੀਰ ਸਮੁੰਦਰ ਹੈ ਤੇ ਉਹਦੇ ਕਿਨਾਰੇ ਉੱਪਰ ਦੇਵਤੇ ਤੇ ਦੈਂਤ ਖੜੇ ਨੇ। ਸਿਮਰਨ ਭਇਓ ਚਰਿਤਰ ਸਭ ਪੂਰਬ, ਹਾਂ ਇਹ ਬ੍ਰਹਮੇ ਦੇ ਤਾਈ ਜੋ ਪ੍ਰਲਯ ਤੋਂ ਪਹਿਲੇ ਜੰਗ ਦਾ ਮੈਦਾਨ ਸੀ ਤੇ ਉਹ ਚੇਤੇ ਆ ਗਿਆ। ਸਿਮਰਨ ਭਇਓ ਇਹਨੂੰ ਚੇਤੇ ਹੋ ਗਿਆ, ਉਹਨੂੰ ਚੇਤੇ ਕਰਦਾ ਪਿਆ ਏ ਵੀ ਪਹਿਲੇ ਪ੍ਰਲਯ ਤੋਂ ਇੱਕ ਪਾਸੇ ਦੇਵਤੇ ਖੜੇ ਸੀ, ਇੱਕ ਪਾਸੇ ਦੈਂਤ ਸੀ ਤੇ ਉਹਨਾਂ ਦਾ ਆਪਸ ਵਿੱਚ ਜੰਗ ਹੁੰਦਾ ਪਿਆ ਸੀ। ਯੁੱਧ ਪ੍ਰਸੰਗ ਦੇਵ ਦਾਨਵ ਘਟ ਮੈਨੇ ਨਾਲ ਦੇਵਤਿਆਂ ਦਾ ਦੈਂਤਾਂ ਦੇ ਨਾਲ ਯੁੱਧ ਹੁੰਦਾ ਪਿਆ ਸੀ ਤੇ ਉਹ ਯੁੱਧ ਦਾ ਪ੍ਰਸੰਗ ਨੂੰ ਚੇਤੇ ਕੀਤਾ ਬ੍ਰਹਮੇ ਨੇ। ਜਾਗਰਤ ਭਇਓ ਉਥਾਨ ਕੁਲਾਲਾ, ਫਿਰ ਮਹਾਰਾਜ ਕਲਗੀਧਰ ਜੀ ਕਹਿੰਦੇ ਇਹਦੀ ਸਮਾਧੀ ਖੁੱਲ ਗਈ, ਜਾਗਰਤ ਅਵਸਥਾ ਨੂੰ ਪ੍ਰਾਪਤ ਹੋ ਗਿਆ। ਕਿਵੇਂ ਹੋਇਆ ਇਹ? ਜਿਵੇਂ ਇੱਕ ਘੁਮਿਆਰ ਭਾਂਜਨ ਰਚਿਤ ਸੁਪਨਾ ਸੋਇਓ, ਹਾਂ ਜਿਵੇਂ ਘੁਮਿਆਰ ਭਾਂਡੇ ਬਣਾਉਂਦਾ ਬਣਾਉਂਦਾ ਸੌਂ ਗਿਆ ਹੋਵੇ, ਝੋਕ ਲੱਗੀ ਹੋਵੇ ਤੇ ਸੁਪਨੇ ਨੂੰ ਵੇਖ ਕਰਕੇ ਅਚਾਨਕ ਉਹ ਜਾਗਦਾ ਏ ਤੇ ਫਿਰ ਉਹ ਭਾਂਡੇ ਬਣਾਉਣ ਵਿੱਚ ਲੱਗ ਜਾਂਦਾ ਏ ਨਾ। ਇਸੇ ਤਰੀਕੇ ਦੇ ਨਾਲ ਬ੍ਰਹਮੇ ਦੀ ਸਮਾਧੀ ਲੱਗੀ ਹੈ ਤੇ ਆਪਣੇ ਅਨੁਭਵ ਦੇ ਨਾਲ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਜ਼ਾਰਾ ਦੇਖਦਾ ਪਿਆ ਹੈ ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਸਾਰਾ ਕੁਝ ਪ੍ਰਗਟ ਹੋਇਆ ਹੈ। ਕਹਿੰਦਾ ਪਿਆ ਇਹ ਧੰਨ ਹੈ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਆਪੇ ਪ੍ਰਲਯ ਕਰਕੇ ਤੇ ਆਪੇ ਸੰਸਾਰ ਨੂੰ ਤੂੰ ਸਾਜਦਾ ਪਿਆ ਹੈ। ਫਿਰ ਉਹਨੂੰ ਚੇਤੇ ਆਉਂਦਾ ਏ ਵੀ ਪਹਿਲੇ ਤੇ ਜੰਗ ਹੁੰਦਾ ਪਿਆ ਸੀ ਦੇਵੀ ਦੇਵਤਿਆਂ ਦਾ। ਜਦੋਂ ਉਹਨੂੰ ਇਹ ਪ੍ਰਸੰਗ ਚੇਤੇ ਆਉਂਦਾ ਏ ਤੇ ਉਸ ਵਕਤ ਉਹਦੀ ਸਮਾਧੀ ਖੁੱਲ ਜਾਂਦੀ ਹੈ। ਜਿਵੇਂ ਇੱਕ ਘੁਮਿਆਰ ਭਾਂਡੇ ਬਣਾਉਂਦਾ ਬਣਾਉਂਦਾ ਸੌਂ ਗਿਆ ਹੋਵੇ, ਫਿਰ ਜਦੋਂ ਉਹਦੀ ਸਮਾਧੀ ਖੁੱਲਦੀ ਹੈ ਤੇ ਉਹ ਭਾਂਡੇ ਰਚਣ ਲੱਗ ਪੈਂਦਾ ਏ। ਇਦਾਂ ਹੀ ਬ੍ਰਹਮਾ ਫਿਰ ਆਪਣੇ ਕਾਰ ਵਿਵਹਾਰ ਦੇ ਵਿੱਚ ਲੱਗ ਗਿਆ। ਚੌਕ ਉਠਿਓ ਲਾਗਿਓ ਪੁਨ ਤਾਮ ਹੈ, ਮਹਾਰਾਜ ਕਲਗੀਧਰ ਜੀ ਕਹਿੰਦੇ ਚੌਂਕ ਕਰਕੇ ਉੱਠਿਆ ਏ ਅਚਨਚੇਤ, ਹੈਰਾਨੀ ਦੇ ਨਾਲ ਤਿਆਰ ਬਰ ਤਿਆਰ ਹੋਇਆ ਏ ਚੌਕ ਕਰਕੇ ਅਚਾਨਕ ਹੀ। ਤੇ ਫਿਰ ਸੰਸਾਰਿਕ ਵਿਵਹਾਰਾਂ ਦੇ ਵਿੱਚ ਸੰਸਾਰ ਦੀ ਰਚਨਾ ਕਰਨੀ ਤੇ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸੰਸਾਰ ਦੇ ਲੇਖ ਲਿਖਣ ਦੀ ਡਿਊਟੀ ਬ੍ਰਹਮੇ ਦੀ ਲਾਈ ਹੈ, ਉਹ ਆਪਣੇ ਕੰਮਾਂ ਵਿੱਚ ਲੱਗ ਗਿਆ ਏ। ਸਿਮਰਨ ਭਇਓ ਸੁਪਨ ਨਿਸ ਖੋਇਓ, ਹਾਂ ਫਿਰ ਇਹਨੂੰ ਉਹ ਸਿਮਰਨ ਗਿਆਨ ਹੋਇਆ ਏ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵੱਲੋਂ। ਜੋ ਪ੍ਰਲਯ ਤੋਂ ਪਹਿਲੇ ਦਾ ਸੀ ਉਹ ਰਾਤ ਦੇ ਸੁਪਨੇ ਵਾਂਗ ਗਵਾ ਦੇਣਾ ਕਰ। ਗੁਰੂ ਖਾਲਸਾ ਜੀ ਜਦੋਂ ਕੋਈ ਬੱਚਾ ਜੰਮਦਾ ਏ ਨਾ ਤੇ ਉਹ ਜਿੰਨਾ ਚਿਰ ਬਾਲ ਅਵਸਥਾ ਵਿੱਚ ਹੁੰਦਾ ਏ ਨਾ 2-4 ਸਾਲ ਦੀ ਅਵਸਥਾ ਤੱਕ ਉਹਨੂੰ ਪਹਿਲਾ ਜਨਮ ਚੇਤੇ ਰਹਿੰਦਾ ਏ, ਫਿਰ ਉਹਨੂੰ ਭੁੱਲਦਾ ਏ। ਇਦਾਂ ਹੀ ਬ੍ਰਹਮੇ ਦਾ ਜਨਮ ਹੋਇਆ ਏ ਤੇ ਉਹਨੂੰ ਚੇਤਾ ਹੈ ਕਿ ਪਹਿਲੇ ਜੰਗ ਕਰਦੇ ਪਏ ਸਨ ਭਗਵਾਨ,
ਤੇ ਫਿਰ ਉਹਨੂੰ ਸਿਮਰਨ ਗਿਆਨ ਹੋਇਆ ਏ ਕਿ ਜਿਹੜਾ ਪਹਿਲਾ ਇਹ ਪਰਲੇ ਤੋਂ ਰਾਤ ਦੇ ਸੁਪਨੇ ਵਾਂਗੂ ਗਵਾ ਦੇ। ਪਰਮੇਸ਼ਰ ਨੇ ਮਾਇਆ ਪਾ ਦਿੱਤੀ ਤੇ ਬ੍ਰਹਮੇ ਨੇ ਪਰਲੇ ਤੋਂ ਪਹਿਲੇ ਦਾ ਜਿਹੜਾ ਵਰਤਾਰਾ ਸੀ ਉਹ ਰਾਤ ਦੇ ਸੁਪਨੇ ਵਾਂਗ ਗਵਾ ਦੇਣਾ ਕੀਤਾ। ਪਇਓ ਪ੍ਰਭਾਤ ਪ੍ਰਜਾ ਸਭ ਜਾਗੀ। ਗੁਰੂ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਹੋਇਆ ਵੀ ਜਦੋਂ ਜਿਵੇਂ ਸਵੇਰ ਹੋਈ ਹੋਵੇ ਤੇ ਸਾਰੀ ਪ੍ਰਜਾ ਉੱਠੀ ਹੋਵੇ। ਲੱਗੇ ਸਗਲ ਧੰਦਾ ਨਿਜ ਕਰਨੀ। ਸਾਰੇ ਆਪੋ ਆਪਣਾ ਧੰਦਾ ਕਰਨ ਵਿੱਚ ਲੱਗ ਗਏ ਹੋਣ। ਤੈਸ ਪਰਲੇ ਨਿਸਕਲਪ ਬਿਹਾਨਿਓ। ਤੈਸੇ ਹੀ ਪ੍ਰਲੈ ਰਾਤ ਦੇ ਵਾਂਗ ਜਿਹੜਾ ਕਲਪ ਸੀ ਨਾ ਇੱਕ, ਉਹ ਬਿਹਾਨਿਓ ਗੁਜ਼ਾਰ ਦੇਣਾ ਕੀਤਾ। ਬ੍ਰਹਮੇ ਦੇ ਦਿਨ ਨੂੰ ਵੀ ਇੱਕ ਕਲਪ ਕਹਿੰਦੇ ਨੇ ਤੇ ਰਾਤ ਨੂੰ ਵੀ ਕਲਪ ਕਹਿੰਦੇ ਨੇ। ਇਹ ਅਧਿਆਤਮ ਪ੍ਰਕਾਸ਼ ਗ੍ਰੰਥ 'ਚ ਲਿਖਿਆ ਹੈ। ਜਿਹਨੇ ਅਧਿਆਤਮ ਪ੍ਰਕਾਸ਼ ਗ੍ਰੰਥ ਪੜ੍ਹਿਆ ਹੈ ਨਾ, ਸੁਖਾ ਸਿੰਘ ਜੀ ਦਾ ਲਿਖਿਆ, ਉਹਨੂੰ ਇਹ ਕਥਾ ਸਰਬਲੋ ਜੀ ਦੀ ਸਮਝ ਆਵੇਗੀ। 14 ਇੰਦਰ ਬ੍ਰਹਮੇ ਦੇ ਇੱਕ ਦਿਨ ਵਿੱਚ ਗੁਜ਼ਰ ਜਾਂਦੇ ਨੇ ਤੇ ਹਜ਼ਾਰਾਂ ਯੁੱਗ ਬਤੀਤ ਹੋ ਜਾਂਦੇ ਨੇ। ਫਿਰ ਸੰਸਾਰ ਦੀ ਪ੍ਰਲੈ ਕਰਕੇ ਤੇ ਬ੍ਰਹਮਾ ਸੌਂ ਜਾਂਦਾ ਹੈ। ਫਿਰ ਰਾਤ ਨੂੰ ਸੌਂਦਾ ਹੈ। ਜਿੱਡਾ ਉਹਦਾ ਦਿਨ ਹੁੰਦਾ ਹੈ ਓਡੀ ਰਾਤ ਹੁੰਦੀ ਹੈ। ਦਿਨ ਨੂੰ ਕਲਪ ਕਹਿੰਦੇ ਤੇ ਰਾਤ ਨੂੰ ਵੀ ਕਲਪ ਕਹਿੰਦੇ ਹੈ। ਸੋ ਤੇ ਮਹਾਰਾਜ ਕਲਗੀਧਰ ਜੀ ਕਹਿੰਦੇ ਜਿਵੇਂ ਲੋਕ ਰਾਤ ਨੂੰ ਸੌਂ ਕਰਕੇ ਤੇ ਰਾਤ ਗੁਜ਼ਾਰਦੇ ਨੇ ਤੇ ਰਾਤਰੀ ਦੇ ਵਾਂਗ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਕਲਪ ਬ੍ਰਹਮੇ ਨੇ ਗੁਜ਼ਾਰਨਾ ਕੀਤਾ ਹੈ। ਇੱਕ ਤੇ ਬ੍ਰਹਮੇ ਦਾ ਕਲਪ ਹੈ ਕਿ ਜਦੋਂ ਬ੍ਰਹਮਾ ਸੌਂਦਾ ਏ ਸੰਸਾਰ ਦੀ ਪ੍ਰਲੈ ਹੁੰਦੀ ਹੈ। ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਕਲਪ ਸਮਝਣਾ ਹੈ, ਕਿਉਂਕਿ ਬ੍ਰਹਮੇ ਦੀ ਵੀ ਸਮਾਪਤੀ ਹੋ ਗਈ ਹੈ। ਇੱਕ ਪ੍ਰਲੈ, ਇੱਕ ਮਹਾਂ ਪ੍ਰਲੈ। ਪ੍ਰਲੈ ਉਦੋਂ ਹੁੰਦੀ ਹੈ ਜਦੋਂ ਬ੍ਰਹਮਾ ਸੌਂਦਾ ਹੈ ਤੇ ਸੰਸਾਰ ਦਾ ਵਿਨਾਸ਼ ਹੁੰਦਾ ਹੈ। ਮਹਾਂ ਪ੍ਰਲੈ ਉਦੋਂ ਹੁੰਦੀ ਹੈ ਜਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਬ੍ਰਹਮੇ ਸਮੇਤ ਦੇਵੀ ਦੇਵਤਿਆਂ ਦੇ ਸਮੇਤ ਸਾਰੇ ਸੰਸਾਰ ਦਾ ਵਿਨਾਸ਼ ਕਰਦਾ ਹੈ। ਸੋ ਮਹਾਰਾਜ ਕਲਗੀਧਰ ਜੀ ਕਹਿੰਦੇ ਤਿਵੇਂ ਹੀ ਉਸੇ ਤਰ੍ਹਾਂ ਹੀ ਪ੍ਰਲੈ ਰੂਪ ਰਾਤਰੀ ਦਾ ਕਲਪ ਗੁਜ਼ਾਰ ਦੇਣਾ ਕੀਤਾ ਏ ਬ੍ਰਹਮੇ ਨੇ। ਜੁਗ ਪ੍ਰਬੰਧ ਦਿਵਸ ਜਹ ਬਰਨੀ। ਹਾਂ, ਇਹ ਜੋ ਜੁਗਾਂ ਦਾ ਪ੍ਰਬੰਧ ਹੈ ਇਹ ਮਾਨੋ ਦਿਨ ਹੈ। ਜਿਵੇਂ ਲੋਕ ਦਿਨੇ ਆਪਣੇ ਕੰਮਾਂ ਨੂੰ ਲੱਗ ਜਾਂਦੇ ਹਨ, ਇਸੇ ਤਰ੍ਹਾਂ ਜਿਹੜਾ ਗੁਰੂ ਖਾਲਸਾ ਜੀ ਇਹ ਜੁਗਾਂ ਦਾ ਪ੍ਰਬੰਧ ਤੁਹਾਨੂੰ ਮੈਂ ਕਿਹਾ ਏ, ਜੋ ਬ੍ਰਹਮੇ ਦੇ ਜਾਗਣ ਤੇ ਬ੍ਰਹਮੇ ਨੂੰ ਪੈਦਾ ਕਰਕੇ ਪਰਮੇਸ਼ਰ ਨੇ ਜੁਗਾਂ ਦਾ ਪ੍ਰਬੰਧ ਕੀਤਾ ਏ, ਇਹ ਦਿਨ ਦੀ ਤਰ੍ਹਾਂ ਮੈਂ ਤੁਹਾਨੂੰ ਵਰਣਨ ਕਰਕੇ ਦੱਸਿਆ ਏ। ਲੈ ਲੈ ਸ਼ਸਤਰ ਅਸਤਰ ਸੁਰ ਸਗਰੇ। ਸਾਰੇ ਹੀ ਦੇਵੀ ਦੇਵਤੇ ਸ਼ਸਤਰ ਤੇ ਅਸਤਰ ਲੈ ਕਰਕੇ ਜੁਰੇ ਸਮਾਜ ਜੁਤ ਪ੍ਰਭ ਕੀ ਸਰਨੀ। ਹਾਂ, ਸਾਰੇ ਹੀ ਦੇਵੀ ਦੇਵਤੇ ਇਕੱਠੇ ਹੋਏ ਨੇ ਆਪੋ ਆਪਣੇ ਸਾਮਰਾਜ ਦੇ ਸਮੇਤ ਤੇ ਸਰਬਲੋ ਭਗਵਾਨ ਦੀ ਸ਼ਰਨ ਵਿੱਚ ਆਏ ਨੇ। ਮਿਲਿਓ ਦੇਵ ਜੁਤ ਸਕਲ ਸੁਕੁਲ ਭਟ। ਚੰਗੀਆਂ ਕੁਲਾਂ ਦੇ ਸੂਰਮੇ ਸਾਰੇ ਦੇਵਤਿਆਂ ਦੇ ਸਮੇਤ ਇਕੱਠੇ ਹੋ ਕਰਕੇ ਪਾਹ ਪਾਹ ਲਾਗੇ ਪ੍ਰਭ ਚਰਨੀ। ਰੱਖ ਲਓ ਮਹਾਰਾਜ, ਅੱਗੇ ਵੀ ਤੁਸਾਂ ਰੱਖਿਆ ਏ। ਇਦਾਂ ਕਹਿੰਦੇ ਮਹਾਰਾਜ ਦੇ ਚਰਨਾਂ ਨਾਲ ਲੱਗ ਗਏ। ਨਿਰਖਤ ਸਕਲ ਬੀਰਜ ਨਾਦ ਦੇਵਗਨ। ਸਾਰੇ ਦੇਵਤਿਆਂ ਨੇ ਵੇਖਿਆ ਕਿ ਇੱਕ ਪਾਸੇ ਬੀਰਜ ਨਾਦ ਖਲੋਤਾ ਏ। ਲੀਲਾ ਭਗਵਤ ਜਾਤ ਨ ਬਰਨੀ। ਮਹਾਰਾਜ ਕਲਗੀਧਰ ਜੀ ਕਹਿੰਦੇ ਭਗਵਾਨ ਦੀ ਲੀਲਾ ਵਰਣਨ ਨਹੀਂ ਕੀਤੀ ਜਾ ਸਕਦੀ। ਤਰਾਹ ਤਰਾਹ ਕਰ ਸਰਨ ਪਰੇ ਸੁਰ। ਸੁਰ ਦੇਵਤੇ ਸ਼ਰਨ ਵਿੱਚ ਪਏ ਨੇ। ਵਾਹਿਗੁਰੂ ਅਕਾਲ ਪੁਰਖ ਜੀ ਸਾਨੂੰ ਰੱਖ ਲਵੋ। ਅਸ਼ਟਾਂਗ ਬੰਦਨਾ ਪਰ ਪਰ ਧਰਨੀ। ਹਾਂ, ਪਰ ਮੈਨੇ ਪੈ ਕੇ ਧਰਤੀ ਦੇ ਲੰਮੇ ਤੇ 8 ਅੰਗ ਧਰਤੀ ਦੇ ਲਾ ਕੇ ਅਸ਼ਟਾਂਗ ਬੰਦਨਾ ਦੰਡਵਤ ਕਰਦੇ ਪਏ ਨੇ। ਰਸ਼ ਰਸ਼ ਮਮ ਨਾਥ ਖਰਾਰੀ। ਹੇ ਖਰਦੈਂਤ ਦੇ ਵੈਰੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਮੇਰੀ ਰੱਖਿਆ ਕਰੋ। ਭਇਓ ਸਨਾਥ ਦਰਸ ਕਰ ਪ੍ਰਭ ਹੀ। ਹੇ ਪ੍ਰਭੂ ਜੀ ਮੈਂ ਤੁਹਾਡੇ ਦਰਸ਼ਨ ਕਰਕੇ ਸਫਲਾ ਹੋ ਗਿਆ ਏ। ਚਿਰੰਕਾਲ ਕੇ ਬਿਸ਼ਰੇ ਮੇਲੇ। ਲੰਮੇ ਸਮੇਂ ਦੇ ਵਿਛੜੇ ਹੋਏ ਸਾਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੁਸਾਂ ਨੇ ਮੇਲਣਾ ਕੀਤਾ ਏ। ਧੰਨ ਭਾਗ ਹੈ ਸੁਰ ਗਨ ਸਭ ਹੀ। ਸਾਰੇ ਦੇਵਤਿਆਂ ਦੇ
ਤੇ ਵੱਡੇ ਭਾਗ ਨੇ ਜੋ ਤੁਹਾਡੇ ਦਰਸ਼ਨ ਤੇ ਚਰਨ ਸਰਨ ਸਾਨੂੰ ਨਸੀਬ ਹੋਈ ਹੈ। ਕਰਿਓ ਨਿਹਾਲ ਠੰਡ ਪਈ ਤਨ ਮਨ। ਮਹਾਰਾਜ ਤੁਸਾਂ ਨੇ ਨਿਹਾਲ ਕਰ ਦਿੱਤਾ ਏ, ਸਾਡੇ ਤਨ ਤੇ ਮਨ ਵਿੱਚ ਠੰਡ ਪੈ ਗਈ ਹੈ। ਤਪਤ 부ਜੀ ਸੀਤਲ ਪਈ ਛਾਤੀ। ਸਾਡੇ ਹਿਰਦੇ ਵਿੱਚ ਉਹ ਤਪਸ਼ ਬੁਝ ਗਈ ਹੈ ਤੇ ਸਾਡੀ ਛਾਤੀ ਠੰਡੀ ਹੋ ਗਈ ਹੈ। ਰੋਮ ਪੁਲਕ ਗਦ ਗਦ ਭਈ ਰਸਨਾ। ਸਾਡੇ ਰੋਮ ਪੁਲਕ ਮੈਨੇ ਖਿੜ ਗਏ ਹਨ ਤੇ ਸਾਡੀ ਜ਼ੁਬਾਨ ਵੀ ਅਸਤ ਵਿਅਸਤ ਗਦਗਦ ਹੋ ਗਈ ਹੈ। ਮੁਖੋਂ ਕੋਈ ਹੁਣ ਬੋਲ ਨਹੀਂ ਫੁਰਦਾ। ਨਾ ਮਨ ਲੇਤ ਨਾ ਕਬ ਹੋ ਅਗਾਤੀ। ਮਹਾਰਾਜ ਇੰਨਾ ਰਸ ਆਇਆ, ਜੀ ਕਰਦਾ ਵੀ ਤੁਹਾਡਾ ਨਾਮ ਜਪੀ ਜਾਈਏ ਤੇ ਤੁਹਾਡਾ ਨਾਮ ਜਪ ਜਪ ਕੇ ਅਸੀਂ ਕਦੇ ਵੀ ਨਾ ਰੱਜੀਏ। ਕਹੀ ਸੁਰੇਸ਼ ਸੁਰਨ ਪ੍ਰਤ ਬਾਨੀ। ਸਾਰੇ ਦੇਵਤਿਆਂ ਦੇ ਤਾਈ ਇੰਦਰ ਨੇ ਇਸ ਤਰੀਕੇ ਨਾਲ ਬਚਨ ਕਹਿਣਾ ਕੀਤੇ। ਰਚੋ ਆਰਤੀ ਦੀਨ ਦਿਆਲਾ। ਹਾਂ, ਦੀਨ ਗਰੀਬਾਂ ਦੇ ਉੱਪਰ ਦਇਆ ਕਰਨ ਵਾਲੇ ਮਹਾਰਾਜ ਦੀ ਆਰਤੀ ਕਰਨ ਲਈ ਸਾਰੀ ਸਮਗਰੀ ਰਚਨਾ ਕਰੋ। ਘਿਓ ਦੇ ਦੀਵੇ ਬਾਲਣਾ ਕਰੋ, ਧੂਫ ਜਗਾਉਣਾ ਕਰੋ। ਕਈ ਗੁਰੂ ਖਾਲਸਾ ਜੀ ਇਹ ਵੀ ਸ਼ੰਕਾ ਕਰਦੇ ਨੇ ਕਿ ਘਿਓ ਦੇ ਦੀਵੇ ਬਾਲ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਆਰਤੀ ਨਹੀਂ ਕਰਨੀ ਚਾਹੀਦੀ। ਸ਼ਬਦ ਦੱਸਦੇ ਨੇ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਕਿਹਾ ਹੈ ਕਿ ਨਿਰਾਕਾਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਆਰਤੀ ਆਪਣੇ ਆਪ ਹੋ ਰਹੀ ਹੈ। ਗੁਰੂ ਖਾਲਸਾ ਜੀ ਉਹ ਸ਼ਬਦ ਵਿੱਚ ਸੱਚੇ ਪਾਤਸ਼ਾਹ ਨੇ ਜੇ ਕਿਹਾ ਹੈ ਕਿ ਆਕਾਸ਼ ਇੱਕ ਥਾਲੀ ਹੈ, ਸੂਰਜ ਤੇ ਚੰਦਰਮੇ ਦੇ ਦੀਵੇ ਬਲਦੇ ਪਏ ਨੇ, ਉਹਦੇ ਵਿੱਚ ਮਹਾਰਾਜ ਨੇ ਵੀ ਕਿਹਾ ਇਹ ਪਵਨ ਚਵਰੋ ਕਰੈ। ਹਵਾ ਵਾਹਿਗੁਰੂ ਅਕਾਲ ਪੁਰਖ ਤੇ ਚੌਰ ਕਰਦੀ ਪਈ ਹੈ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਚੌਰ ਵੀ ਨਹੀਂ ਕਰਨਾ ਚਾਹੀਦਾ। ਕੱਲ ਨੂੰ ਕਹੋਗੇ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਤੇ ਚੌਰ ਕਰਦੇ ਹੋਏ ਮਨਮਤ ਹੈ। ਗੁਰੂ ਖਾਲਸਾ ਜੀ ਇੱਕ ਵਾਹਿਗੁਰੂ ਦਾ ਨਿਰਾਕਾਰ ਸਰੂਪ ਹੈ, ਇੱਕ ਸਰਗੁਣ ਸਰੂਪ ਹੈ। ਸਰਗੁਣ ਸਰੂਪ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੀ ਬਚਨ ਹੈ, ਧੂਪ ਦੀਪ ਘ੍ਰਿਤ ਸਾਜ ਆਰਤੀ ਵਾਰ ਨੇ ਜਾਓ ਕਮਲਾਪਤੀ। ਧੂਪ ਦੀਪ ਘ੍ਰਿਤ ਨਾਮ ਘਿਓ ਦਾ ਏ। ਘਿਓ ਦੇ ਨਾਲ ਦੀਵੇ ਭਰ ਕੇ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਆਰਤੀ ਕਰੋ। ਮੈਂ ਆਰਤੀ ਕਰਦਾ ਹਾਂ, ਭਗਤ ਸਾਹਿਬ ਜੀ ਨੇ ਇਹ ਬਾਣੀ ਵਿੱਚ ਲਿਖਿਆ ਹੈ। ਇਸ ਵਾਸਤੇ ਗੁਰੂ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਰਗੁਣ ਸਰੂਪ ਨੇ, ਹਾਜ਼ਰ ਨਾਜ਼ਰ ਸਤਿਗੁਰੂ ਨੇ। ਇਹਨਾਂ ਦੀ ਆਰਤੀ ਥਾਲ ਬਣਾ ਕੇ ਕੀਤੀ ਜਾਏਗੀ। ਉਹ ਨਿਰਾਕਾਰ ਦੀ ਆਰਤੀ ਹੈ। ਨਿਰਾਕਾਰ ਨੂੰ ਸਰਗੁਣ ਦੇ ਨਾਲ ਤੇ ਸਰਗੁਣ ਨੂੰ ਨਿਰਾਕਾਰ ਨਾਲ ਜੋੜ ਕੇ ਤੇ ਗੁਰੂ ਖਾਲਸਾ ਜੀ ਐਸਾ ਵਿਵਾਦ ਦੇ ਵਿੱਚ ਨਾ ਪਿਆ ਕਰੋ, ਵਿਵਾਦ ਨਾ ਕਰਿਆ ਕਰੋ। ਸੋ ਇੰਦਰ ਨੇ ਕਿਹਾ ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਆਰਤੀ ਸਾਨੂੰ ਕਰਨੀ ਚਾਹੀਦੀ ਹੈ। ਨ੍ਰਿਤ ਸਮਾਜ ਅਪਸ਼ਰਾ ਸੁਰਗਨ। ਹਾਂ, ਦੇਵਤਿਆਂ ਤੇ ਅਪਸ਼ਰਾਂ ਨੂੰ ਕਿਹਾ ਵੀ ਤੁਸੀਂ ਆਪਣਾ ਨੱਚਣ ਵਾਲਾ ਸਾਰਾ ਸਾਜੋ ਸਮਾਨ ਲੈ ਕੇ ਆਓ ਤੇ ਭਗਵਾਨ ਦੀ ਆਰਤੀ ਦੇ ਵਿੱਚ ਜੁਟਣਾ ਕਰੋ। ਜਸ਼ ਬਦੂ ਗੰਧਰਬ ਸੁਰਬਾਲਾ। ਹਾਂ, ਦੇਵਤਿਆਂ ਦੀਆਂ ਬਾਲੜੀਆਂ, ਲੜਕੀਆਂ ਤੇ ਘਰ ਵਾਲੀਆਂ ਤੇ ਗੰਧਰਬ ਤੇ ਜੱਛਾਂ ਦੀਆਂ ਬੰਦੂਟੀਆਂ, ਇਹਨਾਂ ਸਾਰਿਆਂ ਨੂੰ ਇੰਦਰ ਵੱਲੋਂ ਆਗਿਆ ਹੋਈ। ਇੱਕ ਛੱਕਾ ਇੱਥੇ ਪੂਰਾ ਹੋ ਗਿਆ ਏ। ਸੱਚੇ ਪਾਤਸ਼ਾਹ ਜੀ ਨੇ ਇੰਨੀ ਕਿਰਪਾ ਕਰਕੇ ਕਥਾ ਕਰਵਾਈ ਹੈ। ਹੋਈ ਭੁੱਲ ਚੁੱਕ ਦੀ ਖਿਮਾ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਕਹੀ ਸੁਰੇਸ਼ ਸੁਰਨ ਪ੍ਰਤਬਾਨੀ, ਰਚੋ ਆਰਤੀ ਦੀਨ ਦਿਆਲਾ। ਨ੍ਰਿਤ ਸਮਾਜ ਪਸ਼ਰਾ ਸੁਰਗਨ, ਜਸ਼ ਬਦੂ ਗੰਧਰਬ ਸੁਰਬਾਲਾ। ਛੱਕਾ ਇੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।